ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਸਭ ਦਾ ਪ੍ਰੀਤਨਾਮਾ ਦੇ ਮੰਚ ਤੇ ਪ੍ਰੀਤਨਾਮਾ ਮੰਚ ਤੇ ਇਸ ਵਾਰ ਦਾ ਸਾਡਾ ਟੌਪਿਕ ਹੈ ਇਸ ਟਾਕ ਸ਼ੋਅ ਦੇ ਵਿੱਚ ਸਿੱਖ ਧਰਮ ਦੇ ਵਿੱਚ ਇਸਤਰੀ ਦਾ ਸਨਮਾਨ, ਸਤਿਕਾਰ ਤੇ ਸਥਾਨ, ਜਿਸ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ। ਪੰਥ ਪ੍ਰਸਿੱਧ ਤੇ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜੋ ਇਸ ਵਕਤ ਸਾਡੇ ਨਾਲ ਹਨ ਤੇ ਨਿਊਯਾਰਕ ਦੇ ਵਿੱਚ ਹਨ। ਤੇ ਨਾਲ ਹੀ ਨਾਲ ਸਾਡੇ ਹਨ ਵਰਲਡ ਸਿੱਖ ਅਪਡੇਟ ਚੈਨਲ ਤੋਂ ਪ੍ਰਵਿੰਦਰ ਸਿੰਘ ਕੋਚਰ ਜੀ, ਜਿਨ੍ਹਾਂ ਨੂੰ ਤੁਸੀਂ ਸਾਰੇ ਚੰਗੀ ਤਰ੍ਹਾਂ ਭਲੀ ਭਾਂਤੀ ਜਾਣਦੇ ਹੋ। ਤੇ ਸਟਾਰਟ ਕਰਦੇ ਹਾਂ ਜੀ ਆਪਾਂ ਕਿ ਸਿੱਖ ਧਰਮ ਦੇ ਵਿੱਚ ਤੇ ਸਿੱਖ ਮਤ ਦੇ ਅਨੁਸਾਰ ਇਸਤਰੀ ਦਾ ਸਮਾਜ ਦੇ ਵਿੱਚ ਕੀ ਸਥਾਨ ਹੈ, ਕੀ ਦੇਣ ਹੈ ਤੇ ਕੀ ਸਤਿਕਾਰ ਹੈ, ਇਸ ਵਿਸ਼ੇ ਤੇ ਆਪਾਂ ਵਿਚਾਰ ਜਾਣਦੇ ਹਾਂ। ਹਾਂਜੀ ਵੀਰ ਜੀ, ਅਮਰੀਕ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੀਤਨਾਮਾ ਦੇ ਨਾਲ ਜੁੜਨ ਦੇ ਲਈ। ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਤੇ ਆਪਣੇ ਵਿਚਾਰ ਸਾਡੇ ਨਾਲ ਵੀ ਸਾਂਝੇ ਕਰੋ ਤੇ ਦਰਸ਼ਕਾਂ ਨੂੰ ਵੀ ਸੁਣਨ ਦਾ ਮੌਕਾ ਦਿਓ। ਜੀ ਪਿਆਰਿਓ, ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ ਤੇ ਸਾਰੇ ਦਰਸ਼ਕਾਂ ਦਾ, ਸਾਰੇ ਸਰੋਤਿਆਂ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਆਪਣੀ ਜ਼ਿੰਦਗੀ ਦੇ ਕੁਝ ਪਲ ਇੱਧਰਲੇ ਪਾਸੇ ਲਿਖ ਕੇ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਅਸੀਂ ਚੰਗੇ ਇਨਸਾਨ ਬਣ ਸਕੀਏ। ਸਿੱਖ ਧਰਮ ਦੀ ਗੱਲ ਕਰਨ ਵਾਸਤੇ ਮੈਂ ਸਭ ਤੋਂ ਪਹਿਲਾਂ ਥੋੜਾ ਜਿਹਾ ਪਿਛੋਕੜ ਨੂੰ ਖੋਲਾਂਗਾ, ਕਿਉਂਕਿ ਸਿੱਖ ਧਰਮ ਦੀ ਦੁਨੀਆ ਵਿੱਚੋਂ ਕੋਈ ਬਹੁਤਾ ਪੁਰਾਣਾ ਨਹੀਂ ਹੈ, ਬਹੁਤ ਨਵੀਨ ਧਰਮ ਹੈ। ਇੱਥੇ ਤੱਕ ਪਹੁੰਚਦੇ ਹਾਂ, ਇਸ ਤੋਂ ਪਿਛੋਕੜ ਜੇ ਆਪਾਂ ਜਾਣ ਲਵਾਂਗੇ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਏਗਾ ਵੀ ਦੇਣ ਕੀ ਦਿੱਤੀ ਹੈ ਸਿੱਖ ਧਰਮ ਨੇ, ਵਖਰੇਵਾਂ ਕੀ ਹੈ ਇਹਦੇ ਵਿੱਚ ਦੂਜਿਆਂ ਨਾਲੋਂ। ਮੈਂ ਇਹਦੇ 'ਚ ਥੋੜ੍ਹੀ ਜਿਹੀਆਂ ਗੱਲਾਂ ਕੁਛ ਇਸ ਢੰਗ ਦੀਆਂ ਕਰਾਂਗਾ। ਨੰਬਰ ਇੱਕ ਤਾਂ ਇਸਤਰੀ ਜਾਤੀ ਨਾਲ ਸਮਾਜਿਕ ਪੱਖ ਜਿਹੜਾ ਹੈ ਉਹ ਪਹਿਲੇ ਦਿਨ ਤੋਂ ਹੀ ਵਿਤਕਰਾ ਕਰਦਾ ਆਇਆ। ਇਹਦੇ ਨਾਲ ਬਹੁਤ ਵਿਤਕਰੇ ਦੀ ਸ਼ਿਕਾਰ ਹੋਈ ਹੈ ਇਸਤਰੀ, ਇਸ ਗੱਲ 'ਚ ਕੋਈ ਦੋਰਾਮਾ ਨਹੀਂ। ਆਪਾਂ ਜਦੋਂ ਇਹਨੂੰ ਵਿਚਾਰ ਕੇ ਪੜ੍ਹਨੇ ਆ, ਪਹਿਲੀ ਗੱਲ ਤਾਂ ਦੇਖੋ ਉਦੋਂ ਤੋਂ ਹੀ ਵਿਤਕਰਾ ਸ਼ੁਰੂ ਹੋ ਜਾਂਦਾ ਹੈ ਜਦੋਂ ਮਾਂ ਦੀ ਕੁੱਖ ਵਿੱਚ ਹੁੰਦੀ ਹੈ। ਅਗਰ ਅਲਟਰਾਸਾਊਂਡ ਰੱਖ ਦੇਵੇ, ਮੈਂ ਉਸ ਤੋਂ ਵੀ ਪਿਛੋਕੜ ਵਿੱਚ ਜਾਵਾਂ, ਆਪਣੀ ਧੀਆਂ ਬੱਚੀਆਂ ਨੂੰ ਅੱਜ ਮੈਂ ਗੱਲ ਕਰਨੀ ਚਾਹੁੰਦਾ ਵੀ ਉਹ ਉਹਨਾਂ ਬਾਬਿਆਂ ਦੇ ਡੇਰੇ ਤੇ ਜਾਨੀ ਹੈ ਜਿਨ੍ਹਾਂ ਬਾਬਿਆਂ ਦੇ ਕੋਲ ਇਹ ਭੁਲੇਖਾ ਬਣਿਆ ਹੁੰਦਾ ਵੀ ਇਹ ਪੁੱਤਰਾਂ ਦੀ ਦਾਤ ਦਿੰਦੇ ਆ। ਕੋਈ ਬਾਬਾ ਅਜਿਹਾ ਨਹੀਂ ਅੱਜ ਤੱਕ ਜਿਹੜਾ ਕਹਿੰਦਾ ਮੈਂ ਧੀਆਂ ਦੀ ਦਾਤ ਦਿੰਦਾ, ਕਿਉਂਕਿ ਇੱਥੋਂ ਹੀ ਵਿਤਕਰਾ ਸ਼ੁਰੂ ਹੋ ਜਾਂਦਾ ਹੈ। ਬਾਅਦ ਵਿੱਚ ਫਿਰ ਜਦੋਂ ਕੁੱਖ 'ਚ ਆਉਂਦੀ ਹੈ ਬੱਚੀ, ਤੇ ਉਦੋਂ ਤੋਂ ਜਦੋਂ ਅਲਟਰਾਸਾਊਂਡ ਉਹਨੂੰ ਇਹ ਦੱਸ ਦਵੇ ਵੀ ਤੁਹਾਡੀ ਕੁੱਖ 'ਚ ਬੱਚੀ ਹੈ, ਮੇਰੀ ਕੁੱਖ 'ਚ ਬੱਚੀ ਹੈ, ਕਿਸੇ ਬੀਬੀ ਨੂੰ ਪਤਾ ਲੱਗਦਾ ਤਾਂ ਉਹ ਉਦੋਂ ਕੋਸ਼ਿਸ਼ ਕਰਦੀ ਵੀ ਇਹਦਾ ਕਤਲ ਕਰਵਾ ਦਿਆਂ। ਜੇ ਉਦੋਂ ਬਚ ਵੀ ਜਾਵੇ ਤਾਂ ਜਨਮ ਦੇ ਵੇਲੇ ਉਹਦੇ ਘਰ ਦੇ ਵਿੱਚ ਜੋ ਕੁਝ ਸੋਗ ਹੋਇਆ ਹੁੰਦਾ, ਲੋਕ ਵਧਾਈ ਦੇਣ ਦੀ ਬਜਾਏ ਕਹਿੰਦੇ ਜੀ ਚਲੋ ਕੋਈ ਗੱਲ ਨਹੀਂ, ਹਨੇਰੀ ਆਈ ਹੈ, ਮੀਂਹ ਵੀ ਆਏਗਾ, ਇਤਿਆਦਿਕ ਕਈ ਇਹੋ ਜਿਹੇ ਸ਼ਬਦ ਹੈ ਜਿਹੜੇ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੇ ਬੋਲੇ ਜਾਂਦੇ ਆ, ਜਿਹੜੇ ਇਸ ਗੱਲ ਨੂੰ ਪ੍ਰਤੱਖ ਪ੍ਰਗਟ ਕਰਦੇ ਆ ਵੀ ਸਾਡੀਆਂ ਨਜ਼ਰਾਂ ਵਿੱਚ ਇੱਕ ਇਸਤਰੀ ਦੀ ਕੀ ਕੀਮਤ ਹੈ ਜਾਂ ਧੀ ਬੱਚੀ ਦੀ ਕੀ ਕੀਮਤ ਹੈ। ਫਿਰ ਸਾਡਾ ਸਮਾਜ ਉਹਦੇ ਪਾਲਣ ਵਿੱਚ ਬਹੁਤ ਵੱਡਾ ਵਿਤਕਰਾ ਕਰਦਾ। ਔਰ ਹੈਰਾਨੀ ਦੀ ਗੱਲ ਇਹ ਹੈ, ਤੁਸੀਂ ਦੇਖੋ ਕਦੇ ਵਿਚਾਰ ਕੇ, ਲੜਕਿਆਂ ਦੀਆਂ ਕਦੇ ਬਹੁਤੀਆਂ ਖੇਡਾਂ ਨਿਸ਼ਚਿਤ ਨਹੀਂ ਹੋਈਆਂ, ਪਰ ਲੜਕੀਆਂ ਦੀਆਂ ਖੇਡਾਂ ਨਿਸ਼ਚਿਤ ਹੈ। ਆ ਜਿਹੜਾ ਤੁਸੀਂ ਕਿਸੇ ਵੇਲੇ ਵਕਤ ਮਿਲਿਆ, ਕਿਰਪਾਲ ਕਜ਼ਾਕ ਯੂਨੀਵਰਸਿਟੀ ਦੇ ਬਹੁਤ ਵੱਡੇ ਡਾਕਟਰ ਹੈ, ਉਹਨਾਂ ਬਹੁਤ ਕੰਮ ਕੀਤਾ ਇਹਨਾਂ ਗੱਲਾਂ ਤੇ। ਉਹਨਾਂ ਕਦੇ ਪੜ੍ਹ ਕੇ ਦੇਖੋ ਵੀ ਲੜਕੀ ਦੀਆਂ ਖੇਡਾਂ ਵੀ ਕਿਹੋ ਜਿਹੀਆਂ ਨੇ। ਹੈਰਾਨੀ ਦੀ ਗੱਲ ਹੈ, ਕੋਟੜਾ ਛਪਾਕੀ ਜਿਹੜੀ ਆ ਉਹਦੇ ਗੇਮ ਬਾਰੇ ਉਹ ਚੰਗੀ ਤਰ੍ਹਾਂ ਦੱਸਦੇ। ਮੇਰੇ ਕੋਲ ਇੰਨਾ ਵਕਤ ਨਹੀਂ ਮੈਂ ਸਾਰੀਆਂ ਗੱਲਾਂ ਖੋਜ ਸਕਾਂ, ਕਾਫੀ ਕੁਝ ਤੁਹਾਡੇ ਨਾਲ ਸਾਂਝਾ ਕਰਨਾ। ਫਿਰ ਤੁਸੀਂ ਦੇਖੋ ਵੀ ਜਦੋਂ ਉਹ ਜਿਹਨੂੰ ਪੀਚੋ ਕਹਿੰਦੇ ਸਨ, ਖਾਨੇ ਬਣਾ ਕੇ ਖੇਡਣਾ, ਉਹ ਸਾਰੇ ਘਰਾਂ ਦੇ ਵਿੱਚੋਂ ਇੱਕੋ ਇੱਕ ਪੈਰ ਰੱਖ ਕੇ ਤੁਰਦੀ ਹੈ। ਉਹਨੂੰ ਪਤਾ ਵੀ ਤੇਰੀ ਜ਼ਿੰਦਗੀ ਲੰਗੜੀ ਹੈ, ਅਧੂਰੀ ਹੈ, ਸਿਰਫ ਜਿਹੜਾ ਘਰ ਤੂੰ ਮੱਲਿਆ ਤੂੰ ਉਹਦੇ 'ਚ ਦੋ ਪੈਰ ਰੱਖ ਸਕਦੀ ਹੈ, ਤੇ ਘਰ ਮੱਲਣ ਲੱਗਿਆ ਵੀ ਤੈਨੂੰ ਇਹ ਅੰਧ ਘੋਰੀ ਹੈ, ਪਿੱਠ ਪਿੱਛੇ ਨੂੰ ਖਲੋ ਕੇ ਸਿੱਟਣਾ, ਤੇ ਉਹ ਜਿਹੜਾ ਮੱਲਿਆ ਜਾਏ, ਇਹ ਨਹੀਂ ਵੀ ਤੂੰ ਚੁਣ ਸਕਦੀਆਂ। ਇਸ ਤਰ੍ਹਾਂ ਦੇ ਕਿਤਨੇ ਵਿਤਕਰੇ ਨੇ। ਉਹ ਜਿਹੜੀ ਘਰ ਘਰ ਖੇਡਣ ਵਾਲੀ ਹੈ ਬੱਚੀ, ਜਿਹੜੀ ਨਿੱਕੀ ਹੁੰਦੀ ਤੋਂ ਉਹਨੂੰ ਘਰ ਘਰ ਖੇਡਣਾ ਸਿਖਾ ਦਿੱਤਾ ਜਾਂਦਾ ਹੈ ਵੀ ਤੂੰ ਘਰ ਘਰ ਖੇਡਣਾ। ਤੇ ਹੈਰਾਨੀ ਦੀ ਗੱਲ ਹੈ, ਸਾਰੀ ਜ਼ਿੰਦਗੀ ਉਹ ਘਰ ਲੱਭਦੀ ਮਰ ਜਾਂਦੀ, ਉਹਨੂੰ ਘਰ ਨਹੀਂ ਮਿਲਦਾ। ਜਦੋਂ ਪਿਤਾ ਦੇ ਘਰ ਖੇਡਦੀ ਹੈ ਉਦੋਂ ਇਹੀ ਗੱਲ ਕਹੀ ਜਾਂਦੀ ਹੈ, ਧੀਏ
ਕੁਝ ਸਿੱਖ ਲੈ, ਕੱਲ ਤੂੰ ਬੇਗਾਨੇ ਘਰ ਜਾਣਾ। ਜਦੋਂ ਉਸ ਘਰ ਚਲੇ ਜਾਂਦੀ ਹੈ, ਨਿੱਕੀ ਜਿਹੀ ਗਲਤੀ ਤੋਂ ਪਤੀ ਲੜ ਕੇ ਕਹਿ ਦਿੰਦਾ ਚੁੰਨੀ ਚੱਕ ਤੇ ਪੇਕੇ ਘਰ ਤੁਰ ਜਾ। ਫਿਰ ਉਹ ਸੋਚ ਲੈਂਦੀ ਜੇ ਮੇਰਾ ਘਰ ਪਿਤਾ ਦਾ ਘਰ ਵੀ ਨਹੀਂ, ਮੇਰਾ ਘਰ ਪਤੀ ਦਾ ਘਰ ਵੀ ਨਹੀਂ ਹੈ, ਫਿਰ ਪੁੱਤ ਘਰ ਬਣਾਉਣ ਲੱਗਦਾ। ਉਹ ਉਦੋਂ ਵੀ ਆਪਣੇ ਗਹਿਣੇ, ਉਦੋਂ ਵੀ ਆਪਣਾ ਕਲੇਜਾ ਵੱਢ ਕੇ ਜੋ ਕੁਝ ਉਹਦੇ ਕੋਲ ਹੁੰਦਾ ਦੇ ਦਿੰਦੀ ਹੈ। ਸ਼ਾਇਦ ਮੇਰੇ ਪੁੱਤ ਦੇ ਘਰ ਵਿੱਚ ਮੇਰੇ ਨਾਂ ਦੀਆਂ 2 ਇੱਟਾਂ ਲੱਗ ਜਾਣ, ਮੇਰਾ ਇੱਥੇ ਘਰ ਬਣ ਜਾਏ। ਪਰ ਜਦੋਂ ਪੁੱਤ ਵੀ ਉਹਨੂੰ ਪੁਰਾਣੇ ਘਰ 'ਚ ਪਾ ਦਿੰਦਾ ਹੈ, ਲੈ ਮਾਂ ਹੁਣ ਤੂੰ ਇੱਥੇ ਬੈਠ, ਕਿਉਂਕਿ ਤੇਰੇ ਖੰਘ ਆਉਂਦੀ ਹੈ, ਤੈਨੂੰ ਬੋਲਣਾ ਨਹੀਂ ਆਉਂਦਾ, ਤੂੰ ਬੁੱਢੀ ਹੋ ਗਈ ਹੈ, ਤੇਰੇ ਮੂੰਹ ਤੋਂ ਥੁੱਕਾਂ ਡਿੱਗ ਪੈਂਦੀਆਂ ਨੇ ਤੇ ਤੈਨੂੰ ਇੱਥੇ ਨਹੀਂ ਰਹਿਣਾ ਚਾਹੀਦਾ। ਫਿਰ ਮਾਂ ਉਹ ਸੋਚਦੀ ਹੈ ਮੇਰਾ ਘਰ ਨਾ ਪਿਤਾ ਦੇ ਘਰ ਬਣ ਸਕਿਆ, ਮੇਰਾ ਘਰ ਨਾ ਪਤੀ ਦੇ ਘਰ ਬਣ ਸਕਿਆ, ਮੇਰਾ ਘਰ ਨਾ ਪੁੱਤ ਦੇ ਘਰ ਬਣ ਸਕਿਆ। ਆਖਰ ਉਹ ਫਿਰ ਭਾਲਦੀ ਹੈ, ਨਹੀਂ ਕਮਲੀਏ, ਤੇਰਾ ਘਰ ਤਾਂ ਜਾਂ ਤਾਂ ਮਾਂ ਦੀ ਕੁੱਖ ਵਿੱਚੋਂ ਹੀ ਤੈਨੂੰ ਮੜੀਆਂ ਮਿਲ ਜਾਂਦੀਆਂ, ਜਾਂ ਹੁਣ ਤੈਨੂੰ ਮੜੀਆਂ ਮਿਲਣੀਆਂ ਨੇ। ਤੇਰਾ ਘਰ ਮੜੀਆਂ ਵਿੱਚ ਹੀ ਹੈ, ਤੇਰਾ ਘਰ ਸਮਾਜ ਨੇ ਨਹੀਂ ਅਜੇ ਤੱਕ ਤੈਨੂੰ ਬਣਾਇਆ। ਕਿੱਡੀ ਦੁਖਦਾਈ ਤਸਵੀਰ ਹੈ ਸਾਡੇ ਸਮਾਜ ਵਿੱਚ ਉਸ ਇਸਤਰੀ ਦੀ, ਜਿਹਦੇ ਪ੍ਰਤੀ ਇਹੋ ਜਿਹਾ ਬਚਨ ਆਪਾਂ ਨਿੱਤ ਦਿਹਾੜੇ ਦੇਖਦੇ ਹਾਂ। ਔਰ ਹੈਰਾਨੀ ਦੀ ਗੱਲ ਹੈ, ਇਸਤਰੀ ਲਈ ਹੀ ਹੁਕਮ ਹੈ ਵੀ ਤੂੰ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਣਾ। ਮੈਂ ਕਦੇ ਕੋਈ ਪਤੀ ਨਹੀਂ ਦੇਖਿਆ ਜਿਹੜਾ ਆਪਣੀ ਇਸਤਰੀ ਲਈ ਉਹ ਗੱਲ ਕਰਦਾ ਹੋਵੇ। ਅੱਜ ਸਮਾਜਿਕ ਉਹਦੇ ਉੱਤੇ ਤੁਸੀਂ ਜਿਹੜਾ ਵਰਤਾਰਾ ਵਰਤ ਰਿਹਾ ਹੈ, ਜਿਹੜਾ ਸੋਸ਼ਲ ਮੀਡੀਆ ਜਿਹਨੂੰ ਆਪਾਂ ਕਹਿੰਦੇ ਹਾਂ, ਤੁਸੀਂ ਉਹਦੇ 'ਚ ਹਜ਼ਾਰਾਂ ਇਹੋ ਜਿਹੀਆਂ ਵੀਡੀਓ ਦੇਖਦੇ ਹੋ। ਵੀ ਮੈਨੂੰ ਪੁੱਛਿਆ ਵੀ ਤੁਹਾਨੂੰ ਮੁਸੀਬਤ ਕੀ ਹੈ, ਤੇ ਉਹ ਆਪਣੀ ਘਰਵਾਲੀ ਵੱਲ ਦੇਖ ਰਿਹਾ। ਅੱਜ ਵੀ ਸਮਾਜ ਉਹਨੂੰ ਇੱਕ ਮੁਸੀਬਤ ਸਮਝ ਰਿਹਾ ਹੈ। ਅੱਜ ਵੀ ਸਮਾਜ ਉਹਨਾਂ ਦੇ ਮਨਾਂ ਵਿੱਚ ਇਹੋ ਜਿਹੀ ਤਾਂਘ ਹੈ, ਜਿਤਨੀਆਂ ਵੀ ਦੁਨੀਆ 'ਚ ਲੜਾਈਆਂ ਕਾਰਨ ਮੰਨੇ ਗਏ, ਜ਼ਰ ਜ਼ੋਰੋ ਜ਼ਮੀਨ ਹੀ ਮੰਨੇ ਗਏ। ਸਮਾਜਿਕ ਪੱਖ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਡੋਲੇ ਲੁੱਟ ਲਏ ਜਾਂਦੇ ਸਨ ਧੀਆਂ ਦੇ, ਘਰਾਂ 'ਚੋਂ ਧੀਆਂ ਲੁੱਟ ਲਏ ਜਾਂਦੇ ਸਨ ਜ਼ਾਲਮ ਲੋਕ, ਤੇ ਇੱਥੇ ਹੀ ਬਸ ਨਹੀਂ। ਜਦੋਂ ਕੋਈ ਵਿਆਹੁਣ ਵੀ ਲੱਗਦਾ ਸੀ, ਉਦੋਂ ਵੀ ਕਹਿੰਦਾ ਸੀ ਜੀ ਕੰਨਿਆ ਦਾਨ ਕਰਨਾ। ਉਹਨੂੰ ਦਾਨ ਕਹਿੰਦੇ ਸਨ, ਕੋਈ ਨਹੀਂ ਸੀ ਕਹਿੰਦਾ ਵੀ ਇੱਜ਼ਤ ਨਾਲ ਮੈਂ ਆਪਣੀ ਧੀ ਵਿਆਹੁਣੀ ਹੈ, ਜਦ ਕਿ ਏਡੀ ਵੱਡੀ ਗੱਲ ਹੁੰਦੀ ਸੀ। ਫਿਰ ਜਦੋਂ ਵਿਆਹੀ ਵੀ ਜਾਂਦੀ ਹੈ, ਪਹਿਲਾਂ ਉਦਾਂ ਕੁਆਰੀ ਨੂੰ ਸਾੜ ਦਿੰਦੇ ਸੀ। ਮੀਂਹ ਨਾ ਪੈਣਾ, ਸ਼ਾਇਦ ਮੇਰੀ ਉਮਰ ਵਾਲਿਆਂ ਨੂੰ ਪਤਾ ਹੋਵੇਗਾ, ਉਹ ਜਿਹੜੇ ਉਦੋਂ ਮੀਂਹ ਨਾ ਪੈਣਾ ਤੇ ਗੁੱਡੀ ਸਾੜ ਦੇਣੀ। ਕਦੇ ਕਿਸੇ ਨੇ ਅੱਜ ਤੱਕ ਗੁੱਡਾ ਨਹੀਂ ਸਾੜਿਆ। ਗੁੱਡਾ ਨਹੀਂ ਸਾੜਿਆ। ਹਾਂਜੀ, ਦਾਜ ਦੀ ਖਾਤਰ ਜੇ ਆਪਾਂ ਵੇਖੀਏ ਤਾਂ ਅੱਜ ਵੀ ਗੁੱਡੀ ਉਹ ਸਾੜੀ ਜਾਂਦੀ ਹੈ। ਕਦੇ ਕਿਸੇ ਸਹੁਰਿਆਂ ਨੇ ਜਵਾਈ ਨਹੀਂ ਸਾੜਿਆ ਤੇ ਕਿਸੇ ਹੋਰ ਨੇ ਨਹੀਂ ਸਾੜਿਆ ਵੀ ਇਹਨੇ ਸਾਡੀ ਮੰਗ ਪੂਰੀ ਨਹੀਂ ਕੀਤੀ। ਲੜਕੀਆਂ ਸਾੜੀਆਂ ਜਾਂਦੀਆਂ ਨੇ। ਸਾਡੇ ਸਮਾਜ ਵਿੱਚ ਅੱਜ ਵੀ ਵਿਤਕਰਾ ਹੈ, ਤੇ ਜਿਹੜਾ ਸਦੀਆਂ ਤੋਂ ਚੱਲਦਾ ਆ ਰਿਹਾ, ਅੱਜ ਉਹਨੂੰ ਸਾਨੂੰ ਫਿਰ ਵੇਖਣ ਦੀ ਲੋੜ ਹੈ। ਮੈਂ ਦੂਜਾ ਪੱਖ, ਧਾਰਮਿਕ ਪੱਖ ਤੁਹਾਡੇ ਨਾਲ ਸਾਂਝਾ ਕਰਾਂ। ਧਾਰਮਿਕ ਪੱਖ ਵਿੱਚ ਵੀ ਕੋਈ ਬਹੁਤਾ ਇਹਦੇ ਨਾਲ ਇਨਸਾਫ ਨਹੀਂ ਹੋਇਆ। ਪਹਿਲੀ ਕਹਾਣੀ ਮੰਨੀ ਜਾਂਦੀ ਹੈ ਵੀ ਜਦੋਂ ਮਨੁੱਖ ਨੂੰ ਸਵਰਗ ਵਿੱਚ ਰੱਖਿਆ ਤੇ ਉਦੋਂ ਇਹਦਾ ਜੀ ਨਾ ਲੱਗਿਆ। ਰੱਬ ਨੇ ਇੱਕ ਹਵਾ ਨਾਂ ਦੀ ਇਸਤਰੀ ਬਣਾਈ, ਤੇ ਇਸਤਰੀ ਨੇ ਮਨੁੱਖ ਨੂੰ ਫੁਸਲਾ ਦਿੱਤਾ ਤੇ ਉਹਨੂੰ ਆਪਣੇ ਚੱਕਰ 'ਚ ਪਾ ਕੇ ਕਿਹਾ ਵੀ ਆਹ ਫਲ ਖਾ ਲੈ। ਜਿਹੜਾ ਵਿਵਰਜਿਤ ਫਲ ਸੀ, ਉਹਨੇ ਫਲ ਖਾ ਲਿਆ ਤੇ ਉਹਦੇ ਅੰਦਰ ਵਿਸ਼ੇ ਵਿਕਾਰਾਂ ਦਾ ਭਾਵ ਸ਼ੁਰੂ ਹੋ ਗਿਆ। ਵੀ ਜਿੰਨੇ ਵੀ ਮਨੁੱਖ ਦੁੱਖ ਭੋਗ ਰਿਹਾ ਅੱਜ, ਉਹਦੀ ਕਸੂਰਵਾਰ ਇਸਤਰੀ ਹੈ। ਧਰਮ ਦੀ ਦੁਨੀਆ ਯਹੂਦੀ ਮਤ ਵਿੱਚੋਂ ਜਾਂ ਪੁਰਾਣੇ ਵਿੱਚੋਂ ਸ਼ੁਰੂ ਹੀ ਇੱਥੋਂ ਹੁੰਦੀ ਹੈ। ਹੈਰਾਨੀ ਦੀ ਗੱਲ ਹੈ, ਪਹਿਲੇ ਦਿਨ ਤੋਂ ਹੀ ਇਸਤਰੀ ਨੂੰ ਦੋਸ਼ੀ ਠਹਿਰਾਇਆ ਗਿਆ। ਔਰ ਹੈਰਾਨੀ ਦੀ ਗੱਲ ਇਹ ਹੈ, ਫਿਰ ਧਰਮ ਦੀ ਦੁਨੀਆ 'ਚ ਏਡਾ ਵੱਡਾ ਕਹਿਰ ਕੀਤਾ ਗਿਆ। ਤੁਸੀਂ ਕਦੇ ਦੇਖੋ, ਜੈਨ ਧਰਮ ਦੇ ਅੰਦਰ ਇਸਤਰੀ ਨੂੰ ਕੋਈ ਬਹੁਤੀ ਸਤਿਕਾਰਯੋਗ ਥਾਂ ਨਹੀਂ ਹੈ। ਬੁੱਧ ਧਰਮ ਦੇ ਅੰਦਰ ਤੁਹਾਨੂੰ ਵਕਤ ਮਿਲਿਆ ਜ਼ਰੂਰ ਪੜ੍ਹਿਓ ਜੇ। ਬੁੱਧ ਧਰਮ ਦੇ ਅੰਦਰ ਡਾਕਟਰ ਗੁਰਬਚਨ ਸਿੰਘ ਜੀ ਹੋਰਾਂ ਨੇ ਬੜੀ ਪਿਆਰੀ ਗੱਲ ਲਿਖੀ ਹੈ, ਭਈ ਜਦੋਂ ਮਹਾਤਮਾ ਬੁੱਧ ਦੀ ਖੁਦ ਦੀ ਮਾਂ ਉਹਦੇ ਪਿੱਛੇ ਪਿੱਛੇ ਜਾਂਦੀ ਰਹੀ, ਭਈ ਮੈਨੂੰ ਦੱਸ ਇਸਤਰੀ ਨੂੰ ਸੰਘ ਵਿੱਚ ਸ਼ਾਮਲ ਕੀਤਾ ਜਾ ਸਕਦਾ ਕਿ ਨਹੀਂ। ਉਹਦੇ ਪੈਰ ਸੁੱਜ ਗਏ, ਉਹਦੀਆਂ ਵਿਆਹੀਆਂ ਫਟ ਗਈਆਂ, ਲੰਮੇਰਾ ਸਮਾਂ ਭੁੱਖ ਨਾਲ ਉਹਦਾ ਬੁਰਾ ਹਾਲ ਹੋ ਗਿਆ। ਪਰ ਜਦੋਂ ਕਈ ਦਿਨਾਂ ਦੇ ਬਾਅਦ ਉਹਦੇ ਚੇਲੇ ਨੂੰ ਆਨੰਦ ਨੂੰ ਤਰਸ ਆਇਆ, ਉਹਨੇ ਪੁੱਛਿਆ ਮਹਾਤਮਾ ਬੁੱਧ ਨੂੰ ਵੀ ਇਸਤਰੀ ਬਾਰੇ ਚ ਕੀ ਵਿਚਾਰ ਕਰਨੀ ਚਾਹੁੰਦੇ, ਮਾਂ ਨਾਲ ਤੁਰੀ ਆ ਰਹੀ, ਆਪਾਂ ਦੱਸ ਦਈਏ। ਔਰ ਹੈਰਾਨੀ ਦੀ ਗੱਲ ਇਹ ਹੈ, ਮਹਾਤਮਾ ਬੁੱਧ ਦੀ ਜ਼ਿੰਦਗੀ 'ਚ ਦੋ ਇਸਤਰੀਆਂ ਦਾ ਬੜਾ ਸਥਾਨ ਹੈ। ਇੱਕ ਯਸ਼ੋਧਰਾ ਦਾ, ਜਿਹੜੀ ਉਹਦੀ ਘਰਵਾਲੀ ਸੀ, ਪਹਿਲੀ ਉਪਦੇਸ਼ ਉਹਨੇ ਲਿਆ ਸੀ ਆਪਣੇ ਵੱਲੋਂ ਆ ਕੇ, ਉਹ ਵੀ ਇਸਤਰੀ ਆਪਣੇ ਵੱਲੋਂ ਪੂਰਨ ਸਹਿਯੋਗ ਦਿੱਤਾ ਸੀ। ਔਰ ਹੈਰਾਨੀ ਦੀ ਗੱਲ ਹੈ, ਸੁਜਾਤਾ ਨਾਂ ਦੀ ਇੱਕ ਇਸਤਰੀ ਸੀ, ਜਿਹਨੇ ਖੀਰ ਦੀ ਕੌਲੀ ਦਿੱਤੀ ਸੀ ਮਹਾਤਮਾ ਬੁੱਧ ਨੂੰ, ਜਿਹਦੇ ਤੋਂ ਖਾ ਕੇ ਉਹਨੂੰ ਗਿਆਨ ਹਾਸਲ ਹੋਇਆ ਸੀ। ਔਰ ਉਹੀ ਬੁੱਧ ਧਰਮ ਦੇ ਵਿੱਚੋਂ ਫਿਰ ਆਨੰਦ ਚਰਚਾ ਕਰਦਾ ਉਹਦਾ ਚੇਲਾ ਵੀ ਇਸਤਰੀ ਨੂੰ ਕੀ ਕਰਨਾ ਚਾਹੀਦਾ। ਉਹ ਕਹਿਣ ਲੱਗਿਆ, ਪਹਿਲੀ ਗੱਲ ਤਾਂ ਸੰਘ 'ਚ ਸ਼ਾਮਲ ਨਹੀਂ ਕਰਨੀ ਚਾਹੀਦੀ।
फिर भी जे किधरे किसी इस्त्री मत्थे लग जाए ਤਾਂ ਉਹਦੇ ਨਾਲ ਗੱਲ ਨਾ ਕਰੋ। ਜੇ ਗੱਲ ਕਰਨੀ ਪੈ ਜਾਏ ਤਾਂ ਸੰਕੋਚ ਨਾਲ ਕਰੋ। ਜੇ ਉਹ ਸੰਕੋਚ ਨਾਲ ਵੀ ਉਹਦੇ ਨਾਲ ਰਹਿਣਾ ਪੈ ਜਾਏ ਤਾਂ ਇੰਨੀ ਕੋਸ਼ਿਸ਼ ਕਰੋ ਵੀ ਮੈਂ ਜਲਦੀ ਤੋਂ ਜਲਦੀ ਉਹਦੇ ਤੋਂ ਵੱਖਰਾ ਹੋ ਸਕਾਂ, ਉਹਨੂੰ ਸੰਘ ਵਿੱਚ ਸ਼ਾਮਲ ਨਹੀਂ ਕਰਨਾ ਚਾਹੀਦਾ। ਇਹੋ ਜਿਹੇ ਜਿਹੜੇ ਖਿਆਲ ਸਨ, ਸੁਕਰਾਤ ਵਰਗਿਆਂ ਦੇ ਖਿਆਲ ਸਨ, ਸ਼ੇਕਸਪੀਅਰ ਵਰਗਿਆਂ ਦੇ ਖਿਆਲ ਸਨ, ਉਹ ਸਮਾਜ ਵਿੱਚ ਅੱਜ ਬੜਾ ਉੱਚਾ ਨਾਂ ਰੱਖਦੇ ਨੇ ਉਹਨਾਂ ਦਾ, ਪਰ ਉਹਨਾਂ ਦੇ ਇਸਤਰੀ ਪ੍ਰਤੀ ਕੋਈ ਬਹੁਤੇ ਵਧੇ ਖਿਆਲ ਨਹੀਂ ਸਨ। ਹਿੰਦੂ ਧਰਮ ਦੇ ਵਿੱਚ ਦੇਖੀਏ ਲੜਕੀ ਨੂੰ ਸਤੀ ਕੀਤਾ ਜਾਂਦਾ ਸੀ ਤੇ ਦੁਬਾਰੇ ਵਿਆਹ ਨਹੀਂ ਸੀ ਕੀਤਾ ਜਾਂਦਾ। ਔਰ ਹੈਰਾਨੀ ਦੀ ਗੱਲ ਹੈ, ਮੰਦਿਰਾਂ ਵਿੱਚ ਅੱਜ ਵੀ ਦੋ ਐਸੇ ਕਰਨਾਟਕਾ ਦੇ ਵਿੱਚ ਮੰਦਿਰ ਨੇ, ਡਾਕਟਰ ਗੁਰਬਚਨ ਸਿੰਘ ਜੀ ਹੋਰਾਂ ਨੇ ਲਿਖਿਆ, ਤੇ ਉਹ ਅੱਜ ਵੀ ਮੰਦਿਰ ਨੇ ਜਿਹੜੇ ਜਿੱਥੇ ਦੇਵਦਾਸੀਆਂ ਬਣਾ ਕੇ ਭੇਟਾ ਕੀਤੀਆਂ ਜਾਂਦੀਆਂ ਨੇ। ਭਈ ਜੇ ਇਹ ਦੇਵਦਾਸੀਆਂ ਨਾ ਬਣਾਈਆਂ ਤਾਂ ਫਸਲਾਂ ਨਹੀਂ ਹੋਣਗੀਆਂ। ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਹੈਰਾਨੀ ਦੀ ਗੱਲ ਹੈ ਤਾਂ ਇਹ ਲੋਕਾਂ ਦੇ ਵਿੱਚ ਭੁੱਖਮਰੀ ਪੈਦਾ ਹੋ ਜਾਏਗੀ ਤੇ ਸੰਸਾਰ ਉੱਜੜ ਜਾਏਗਾ। ਲੜਕੀ ਨੂੰ ਦੇਵਦਾਸੀ ਬਣਾ ਕੇ, ਕੁਝ ਲੋਕਾਂ ਦੀ ਹਵਸ ਦਾ ਸ਼ਿਕਾਰ ਬਣਾ ਕੇ ਤੇ ਉਹਨਾਂ ਨੂੰ ਲੀਡਰਾਂ ਦੀ ਭੁੱਖ ਮਿਟਾਉਣ ਵਾਸਤੇ ਭੇਜਿਆ ਜਾਂਦਾ। ਇਹ ਅਨਰਥ ਅੱਜ ਵੀ ਹੋ ਰਿਹਾ। ਹੈਰਾਨੀ ਦੀ ਗੱਲ ਹੈ, ਉਹਨੂੰ ਕੋਈ ਰੋਕਣ ਲਈ ਤਿਆਰ ਨਹੀਂ। ਔਰ ਮੈਂ ਬੇਨਤੀ ਕਰਾਂ, ਜੇ ਇਸਲਾਮ ਧਰਮ ਦੇ ਵਿੱਚ ਦੇਖੀਏ ਤਾਂ ਉੱਥੇ ਵੀ ਇਸਤਰੀ ਨੂੰ ਉਹ ਸਨਮਾਨ ਨਹੀਂ ਮਿਲ ਸਕਿਆ ਜੋ ਹੋਣਾ ਚਾਹੀਦਾ। ਇਸਤਰੀ ਤਾਂ ਇੱਕੋ ਹੀ ਵਿਆਹ ਕਰਵਾ ਸਕਦੀ ਹੈ, ਪਰ ਬੰਦਾ 4 ਵਿਆਹ ਕਰਵਾ ਸਕਦਾ। ਔਰ ਹੈਰਾਨੀ ਦੀ ਗੱਲ ਇਹ ਹੈ ਵੀ ਮਰਨ ਤੋਂ ਬਾਅਦ ਵੀ ਬੰਦਾ ਸੋਚਦਾ ਵੀ ਸਵਰਗ 'ਚ ਮੈਨੂੰ ਹੂਰਾਂ ਮਿਲਣਗੀਆਂ। ਉਹ ਫਿਰ ਵੀ ਚਾਹਤ ਰੱਖਦਾ ਹਰ ਇੱਕ ਕਾਮਯਾਬ ਬੰਦੇ ਦੇ ਪਿੱਛੇ, ਤੇ ਇਹ ਮੰਨਿਆ ਜਾਂਦਾ ਵੀ ਇਸਤਰੀ ਦਾ ਹੱਥ ਹੁੰਦਾ। ਲੇਕਿਨ ਹੈਰਾਨੀ ਦੀ ਗੱਲ ਹੈ, ਏਡੀ ਵੱਡੀ ਧਾਰਮਿਕ ਦੁਨੀਆ ਦੇ ਵਿੱਚ ਵੀ ਇਹਨੂੰ ਨਾ ਤਾਂ ਬੁੱਧ ਧਰਮ, ਨਾ ਜੈਨ ਧਰਮ, ਨਾ ਹਿੰਦੂ ਧਰਮ, ਨਾ ਮੁਸਲਮਾਨ ਧਰਮ ਉਹ ਰੁਤਬਾ ਨਹੀਂ ਦੇ ਸਕੇ। ਮੇਰੇ ਇੱਥੇ ਹੀ ਬਸ ਨਹੀਂ, ਯੋਗ ਮਤ ਨੇ ਤਾਂ ਬਹੁਤ ਜ਼ਿਆਦਾ ਹੀ ਇਸ ਨੂੰ ਮਤਲਬ ਇੰਨਾ ਦੁਰਕਾਰਿਆ। ਮਾਊ ਕਹੇ ਮੇਰਾ ਪੂਤ ਵਿਆਹਿਆ, ਗਿੱਲੀ ਲੱਕੜੀ ਕੋਕਣ ਖਾਇਆ, ਉਹਨੂੰ ਬਾਗੜ ਆਖਿਆ। ਜੇ ਆਮ ਲੋਕਾਂ ਦੀ ਗੱਲ ਵੇਖ ਲਈਏ ਤੇ ਹੈਰਾਨੀ ਦੀ ਗੱਲ ਹੈ, ਉਹਨੇ ਧਾਰਮਿਕ ਦੁਨੀਆ ਨੇ ਕਿਸੇ ਨੇ ਵੀ ਇਹਨੂੰ ਸਤਿਕਾਰ ਨਹੀਂ ਦਿੱਤਾ। ਸਮੇਂ ਤੋਂ, ਬਹੁਤ ਲੰਮੇਰੇ ਸਮੇਂ ਤੋਂ ਇਹ ਰੁਲਦੀ ਰਹੀ। ਹੈਰਾਨੀ ਦੀ ਗੱਲ ਇਹ ਹੈ ਭਈ ਜਿੰਨੇ ਵੀ ਦੁਨੀਆ ਦੇ ਵਿੱਚ ਲੜਾਈ ਦੇ ਕਾਰਨ ਮੰਨੇ ਗਏ, ਜ਼ਰ ਜ਼ੋਰੋ ਜ਼ਮੀਨ, ਇਹ ਸਾਰੇ ਇਹਨਾਂ ਦੇ ਕਾਰਨ ਮੰਨੇ ਗਏ। ਉਹਦੇ ਵਿੱਚ ਜ਼ੋਰੋ ਇੱਕ ਇਸਤਰੀ ਹੈ, ਇਸਤਰੀ ਪਿੱਛੇ ਲੜਾਈਆਂ ਹੋਈਆਂ। ਰਮਾਇਣ ਨੂੰ ਦੇਖ ਲਓ ਤੁਸੀਂ, ਉਹਨੂੰ ਧਾਰਮਿਕ ਗ੍ਰੰਥ ਆਪਾਂ ਕਹਿੰਦੇ ਆ, ਤੇ ਰਮਾਇਣ ਵਿੱਚ ਸਾਰੀ ਕਹਾਣੀ ਸੀਤਾ ਦੇ ਦੁਆਲੇ ਘੁੰਮਦੀ ਹੈ। ਮਹਾਭਾਰਤ ਹੈ, ਸਾਰੀ ਕਹਾਣੀ ਉਸ ਦ੍ਰੋਪਦੀ ਦੇ ਦੁਆਲੇ ਘੁੰਮਦੀ ਹੈ। ਇੱਕ ਇਸਤਰੀ ਦੀ ਵਿਪੱਤੀ ਦੇ ਕਾਰਨ ਬਣਦਾ ਹੈ। ਉਹਨਾਂ ਗ੍ਰੰਥਾਂ ਨੂੰ ਵੀ ਪੜ੍ਹ ਕੇ ਤੇ ਚਲੋ ਮੈਂ ਅੱਗੇ ਦੀ ਗੱਲ ਕਰਨੀ ਚਾਹੁੰਦਾ, ਆਪਾਂ ਆਪਣੇ ਵਾਪਸ ਆਪਣੇ ਖਿੱਤੇ ਵਿੱਚ ਆ ਜਾਈਏ। ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਂ, ਹਿੰਦੂ ਧਰਮ 'ਚ ਦੇਖੋ ਤੁਸੀਂ, ਜਨੇਊ ਉਹਨੂੰ ਪਾਉਣ ਦਾ ਅਧਿਕਾਰ ਨਹੀਂ ਹੈ, ਉਹ ਜਨੇਊ ਨਹੀਂ ਪਾ ਸਕਦੀ। ਇਸਲਾਮ ਧਰਮ ਦੇ ਅੰਦਰ ਉਹ ਇੱਕ ਨਮਾਜ਼ ਨਹੀਂ ਅਦਾ ਕਰ ਸਕਦੀ। ਤੇ ਮੈਂ ਗੱਲ ਆਪਣੇ ਨੇੜੇ ਕਰ ਲਾਂ, ਲੰਮੇਰੇ ਸਮੇਂ ਤੋਂ ਦੁਰਕਾਰੀ ਜਾਂਦੀ ਇਸਤਰੀ ਜਾਤੀ ਨੂੰ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਜੀਵਨ ਦੇ ਵਿੱਚੋਂ ਇੱਕ ਰਹੱਸ ਬਖਸ਼ਿਸ਼ ਕੀਤਾ। ਉਹਨੂੰ ਸਮਝਾਇਆ, ਕਹਿਣ ਲੱਗੇ ਨਹੀਂ ਭਲੀਏ, ਤੇਰੀ ਅਸਲ ਵਿੱਚ ਥਾਂ ਤੈਨੂੰ ਇਹਨਾਂ ਲੋਕਾਂ ਨੇ ਨਹੀਂ ਦਿੱਤੀ, ਮੈਂ ਤੈਨੂੰ ਉਹ ਥਾਂ ਦੇਣੀ ਚਾਹੁੰਦਾ। ਗੁਰਮਤ ਨੇ ਇੱਕ ਵੱਖਰੀ ਥਾਂ ਦਿੱਤੀ। ਸਭ ਤੋਂ ਪਹਿਲੀ ਗੱਲ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਆਪ ਖੁਦ ਇਸਤਰੀ ਰੂਪ ਵਿੱਚ ਹੋ ਕੇ ਬਾਣੀ ਉਚਾਰੀ। ਗੁਰੂ ਘਰ ਨਿਮਾਣਿਆਂ ਦਾ ਮਾਣ ਹੈ। ਇਹਦਾ ਮਤਲਬ ਇਹ ਹੈ ਵੀ ਆਪ ਖੁਦ ਇਸਤਰੀ ਬਣ ਗਏ ਵੀ ਮੈਂ ਹੂੰ ਇਸਤਰੀ ਹੈ। ਜੇ ਤੁਸੀਂ ਇਸਤਰੀ ਨੂੰ ਦੁਰਕਾਰਦੇ ਹੋ, ਇਸਤਰੀ ਤਾਂ ਕਿਹੋ ਜਿਹਾ ਰਿਸ਼ਤਾ ਜਿਹੜਾ ਰੱਬ ਨਾਲ ਮਿਲਣ ਦੀ ਜਾਚ ਸਿਖਾ ਦਿੰਦਾ, ਤੁਸੀਂ ਇਹਨੂੰ ਧਰਮ ਦੀ ਦੁਨੀਆ 'ਚ ਹੀ ਸ਼ਾਮਲ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਜੀ ਨੇ ਕਿੱਡੇ ਪਿਆਰੇ ਬੋਲ ਬਖਸ਼ਿਸ਼ ਕੀਤੇ, ਹਰ ਸਿੱਖ ਦੀ ਜ਼ੁਬਾਨ ਤੇ ਨੇ। ਸਵੇਰੇ ਗੁਰੂ ਘਰ ਵਿੱਚ ਪੜ੍ਹਿਆ ਜਾਂਦਾ ਹੈ, ਪੰਡ ਜੰਮੀ ਹੈ, ਪੰਡ ਨਿੰਮੀ ਹੈ, ਪੰਡ ਮੰਗਣ ਵਿਆਹ, ਪੰਡੋ ਹੋਵੇ ਦੋਸਤੀ, ਪੰਡੋ ਚੱਲੇ ਰਾਹ। ਮੈਂ ਫਿਰ ਇੱਕ ਵਾਰੀ ਰੁਕਣ ਲੱਗਾ, ਸਮਾਜ ਦੇ ਮੂੰਹ ਤੇ ਕਿੱਡੀ ਵੱਡੀ ਚਪੇੜ ਹੈ ਜਦੋਂ ਇਹ ਪੜ੍ਹਿਆ ਜਾਂਦਾ ਹੈ, ਪੰਡ ਜੰਮੀ ਹੈ, ਪੰਡ ਨਿੰਮੀ ਹੈ, ਪੰਡ ਮੰਗਣ ਵਿਆਹ, ਪੰਡੋ ਹੋਵੇ ਦੋਸਤੀ। ਲੋਕੀ ਕਹਿੰਦੇ ਸੀ ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ। ਗੁਰਮਤ ਰੋਜ਼ ਮੂੰਹ ਤੇ ਚਪੇੜ ਮਾਰਦੀ ਆ, ਨਹੀਂ ਤੈਨੂੰ ਭੁਲੇਖਾ ਇਸ ਗੱਲ ਦਾ, ਇਸਤਰੀ ਇੱਕ ਚੰਗੀ ਦੋਸਤ ਵੀ ਹੋ ਸਕਦੀ ਹੈ, ਏਡੀ ਵਧੀਆ ਦੋਸਤ ਹੋ ਸਕਦੀ ਹੈ ਜਿਹੜੀ ਜੀਵਨ ਭਰ ਸਾਥ ਦਿੰਦੀ ਹੈ।
सतगुरु जी ने कृपा की, पंड जमीए पंड निमीए, पंड मंगण ब्याह, पंडो होवे दोस्ती, पंडो चले राह, पंड मुआ पंड भालीए, पंड होवे बंधान, सो क्यों मंदा आखी है जित जमै राजान। कोई इहो जिहा पीर पैगंबर दसो तां सही ਜਿਹੜਾ ਇਸਤਰੀ ਦੀ ਕੁੱਖ ਵਿੱਚ ਰਹਿਣ ਤੋਂ ਬਿਨਾਂ ਜਨਮ ਲੈ ਕੇ ਆਇਆ ਹੋਵੇ। ਜਦੋਂ ਹਰ ਬੰਦੇ ਨੇ ਇਸਤਰੀ ਦੇ ਕੁੱਖ ਵਿੱਚ ਜਨਮ ਲੈ ਕੇ ਉਹਨੇ ਉੱਥੇ ਨਿਵਾਸ ਕੀਤਾ, ਮੁੜ ਇਸਤਰੀ ਦਾ ਜੋਬਨ ਅੰਮ੍ਰਿਤ ਵਰਗਾ ਦੁੱਧ ਬਣਾ ਕੇ ਪੀ ਲਿਆ, ਇਸਤਰੀ ਦੀਆਂ ਰਾਤਾਂ ਦੀ ਨੀਂਦ ਉਜਾੜ ਕੇ ਆਪਣੇ ਬਚਪਨ ਨੂੰ ਪਾਲਿਆ। ਉਹ ਮਾਂ ਦਾ ਕਿੱਡਾ ਵੱਡਾ ਜਿਗਰਾ, ਜਿਹੜੀ ਮਾਂ ਇਹੋ ਜੀ ਸੇਵਾਦਾਰ, ਇਸਤਰੀ ਇਹੋ ਜੀ ਸੇਵਾਦਾਰ ਹੈ ਜਿਹੜੀ ਪਹਿਲਾਂ ਮਾਂ ਬਣ ਕੇ ਪਾਲਦੀ ਹੈ, ਫਿਰ ਉਹਨੂੰ ਭੈਣ ਬਣ ਕੇ ਪਾਲਦੀ ਹੈ, ਫਿਰ ਉਹਨੂੰ ਪਤਨੀ ਬਣ ਕੇ ਪਾਲਦੀ ਹੈ, ਫਿਰ ਉਹਨੂੰ ਧੀ ਬਣ ਕੇ ਸੰਭਾਲਦੀ ਹੈ। ਕਿੰਨੇ ਕਰਮ ਨੇ ਇਸਤਰੀ ਦੇ। ਸਾਰੀ ਜ਼ਿੰਦਗੀ ਕਿੱਡਾ ਵੱਡਾ ਪਰਉਪਕਾਰ ਹੈ ਮਨੁੱਖ ਦੇ ਉੱਤੇ, ਪਰ ਇਹਨੇ ਉਹਨੂੰ ਦਰਜਾ ਨਹੀਂ ਸੀ ਦਿੱਤਾ। ਗੁਰੂ ਅੰਗਦ ਸਾਹਿਬ ਜੀ ਨੇ ਬੜੀ ਵੱਡੀ ਕਿਰਪਾ ਕੀਤੀ। ਇਸਤਰੀ ਨੂੰ ਪੰਡ ਜਮੀਆਂ ਵਾਲੀ ਗੱਲ ਤੋਂ ਲੈ ਕੇ ਅੱਗੇ ਗੁਰੂ ਅੰਗਦ ਸਾਹਿਬ ਜੀ ਜਦੋਂ ਗੁਰਗੱਦੀ ਲੈ ਕੇ ਖਡੂਰ ਸਾਹਿਬ ਆਏ ਤਾਂ ਮਾਤਾ ਖੀਵੀ ਜੀ ਹੱਥ ਜੋੜ ਕੇ ਖਲੋ ਕੇ ਕਹਿਣ ਲੱਗੇ, ਸਾਈਆਂ 7 ਸਾਲ ਤੁਸੀਂ ਸੇਵਾ ਕੀਤੀ, 4 ਬੱਚੇ ਘਰ ਵਿੱਚ ਸਨ, ਜਵਾਨ ਉਮਰ ਸੀ ਮੇਰੀ, ਮੈਂ ਸੰਸਾਰ ਦੀਆਂ ਤੁਹਮਤਾਂ ਸਹਿ ਕੇ, ਜਿਹਦਾ ਪਤੀ ਚੰਗਾ ਦੁਕਾਨਦਾਰੀ ਕਰਦਾ ਹੋਵੇ ਛੱਡ ਕੇ ਜਾ ਕੇ ਤੇ ਉਹ ਕਰਤਾਰਪੁਰ ਸਾਹਿਬ ਸੇਵਾ ਕਰਨ ਲੱਗ ਜਾਏ, ਸਮਾਜ ਉਸ ਨੌਜਵਾਨ ਧੀ ਨੂੰ ਕਿਹੜੀਆਂ ਅੱਖਾਂ ਨਾਲ ਵੇਖਦਾ ਹੋਏਗਾ। ਤੇ ਪਰ ਧੰਨ ਹੈ ਮਾਂ ਖੀਵੀ ਜਿਹਨੇ ਸਮਾਜ ਦੀਆਂ ਨਜ਼ਰਾਂ ਦੇ ਵੀ ਮੁਕਾਬਲੇ ਕਰਕੇ, ਲੋਕਾਂ ਦੇ ਤਾਨੇ ਮਿਹਣਿਆਂ ਦੇ ਮੁਕਾਬਲੇ ਕਰਕੇ ਆਪਣੇ 4 ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ। ਤੇ ਜਦੋਂ ਘਰ ਵਾਪਸ ਆਏ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਤੁਸੀਂ ਤਾਂ ਲਹਿਣੇ ਤੋਂ ਗੁਰੂ ਅੰਗਦ ਸਾਹਿਬ ਬਣ ਕੇ ਆ ਗਏ ਹੋ, ਮੈਨੂੰ ਕੀ ਮਿਲਿਆ। ਸਮਾਜ ਇੱਕ ਗੱਲ ਕਹਿੰਦਾ ਹੈ ਵੀ ਜੇ ਪਤੀ ਸੂਬੇਦਾਰ ਬਣ ਜਾਏ ਤੇ ਪਤਨੀ ਘਰ ਵਿੱਚ ਬੈਠੀ ਜ਼ਿੰਮੇਵਾਰੀ ਸੰਭਾਲਦੀ, ਕਿਉਂ ਲੋਕ ਸੂਬੇਦਾਰ ਨਹੀਂ ਕਹਿਣ ਲੱਗ ਪੈਂਦੇ ਆ, ਉਹਨੂੰ ਹੱਕ ਮਿਲ ਜਾਂਦਾ। ਇਹ ਥਾਣੇਦਾਰ ਬਣ ਜਾਏ ਤੇ ਥਾਣੇਦਾਰ ਨਹੀਂ ਕਹਿਣ ਲੱਗ ਪੈਂਦੇ ਆ। ਸਤਿਗੁਰੂ ਮੈਨੂੰ ਕੀ ਮਿਲੇਗਾ। ਹਜ਼ੂਰ ਕਹਿਣ ਲੱਗੇ, ਭਗਤ ਨਹੀਂ ਫਿਕਰ ਨਾ ਕਰ, ਜੋ ਮੈਂ ਬਣਿਆ ਉਹੀ ਕੁਛ ਤੂੰ ਬਣੇ। ਕਹਿਣ ਲੱਗੇ ਕਿਵੇਂ। ਕਹਿਣ ਲੱਗੇ ਆਪਾਂ ਦੋਵੇਂ ਲਾਂਗਰੀ ਬਣ ਕੇ, ਮੈਂ ਗੁਰੂ ਸ਼ਬਦ ਦਾ ਲੰਗਰ ਚਲਾਇਆ ਕਰਾਂਗਾ, ਤੂੰ ਸੰਸਾਰੀ ਲੰਗਰ ਚਲਾਇਆ ਕਰੀ, ਆਪਾਂ ਦੋਵੇਂ ਹੀ ਲੱਗ ਰਹੀ ਹੈ। ਯਾਦ ਰੱਖੋ ਜੇ ਮਾਤਾ ਖੀਵੀ ਨੇ ਕਿੰਨੇ ਪਿਆਰ ਨਾਲ ਸੇਵਾ ਕੀਤੀ ਹੋਵੇਗੀ, ਉਹਦਾ ਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਅੰਕਿਤ ਹੋ ਗਿਆ। ਔਰ ਗੁਰੂ ਅਮਰਦਾਸ ਜੀ ਦਾ ਕਿੱਡਾ ਵੱਡਾ ਪਰਉਪਕਾਰ ਹੈ। ਜਦੋਂ ਅਕਬਰ ਬਾਦਸ਼ਾਹ ਗੁਰੂ ਜੀ ਕੋਲ ਆਇਆ, ਕਹਿਣ ਲੱਗਿਆ ਮੈਂ ਜਗੀਰਾਂ ਦੇਣੀਆਂ ਚਾਹੁੰਦਾ, ਇੰਨਾ ਖੁਸ਼ ਹੋਇਆ। ਸਾਹਿਬ ਕਹਿਣ ਲੱਗੇ ਜਗੀਰਾਂ ਦੀ ਲੋੜ ਨਹੀਂ। ਕਹਿਣ ਲੱਗੇ ਫਿਰ ਮੈਂ ਕੀ ਸੇਵਾ ਕਰਾਂ। ਸਾਹਿਬ ਕਹਿਣ ਲੱਗੇ 4 ਸੇਵਾ ਤੇਰੇ ਜ਼ਿੰਮੇ ਨੇ, ਉਹ 4 ਸੇਵਾਵਾਂ ਕਰ, ਕਿਉਂਕਿ ਤੂੰ ਰਾਜਾ ਹੈ, ਤੇਰੇ ਲਈ ਉਹ ਸੇਵਾਵਾਂ ਜ਼ਰੂਰੀ ਨੇ। ਕਹਿਣ ਲੱਗੇ ਪਹਿਲੀ ਗੱਲ, ਐਤਕੀ ਮੀਂਹ ਨਹੀਂ ਪਿਆ, ਲੋਕਾਂ ਦਾ ਟੈਕਸ ਮਾਫ ਕਰ ਦੇ। ਉਹਨੇ ਟੈਕਸ ਮਾਫ ਕੀਤਾ। ਦੂਜੀ ਗੱਲ, ਇਸਤਰੀ ਜਾਤੀ ਨੂੰ ਇਹ 3 ਪਰਉਪਕਾਰ ਅਕਬਰ ਬਾਦਸ਼ਾਹ ਦੇ ਵੇਲੇ ਗੁਰੂ ਅਮਰਦਾਸ ਜੀ ਨੇ ਇਸਤਰੀ ਤੇ ਕਰਵਾਏ ਸੀ। ਕਹਿਣ ਲੱਗੇ ਦੂਜੀ ਗੱਲ, ਇਸਤਰੀ ਨੂੰ ਮੂੰਹ ਨੰਗਾ ਰੱਖਣ ਦੀ ਆਗਿਆ ਦੇ। ਪਹਿਲਾਂ ਮੂੰਹ ਨੰਗਾ ਰੱਖ ਕੇ ਨਹੀਂ ਸੀ ਇਸਤਰੀ ਜਾ ਸਕਦੀ। ਉਹ ਕਸੂਰ ਮਨੁੱਖ ਦੀ ਅੱਖ ਦਾ, ਇਸੇ ਲਈ ਗੁਰੂ ਜੀ ਨੇ ਮਨੁੱਖ ਨੂੰ ਸਮਝਾਇਆ ਵੀ ਪਰ ਤੇਰੇ ਰੂਪ ਨਾ ਵੇਖੇ ਨੇਤਰ, ਤੂੰ ਹੀ ਇਸ ਅੱਖ ਨਾਲ ਨਾ ਵੇਖ, ਧੀ ਬੱਚੀ ਬਣਾ ਕੇ ਵੇਖ, ਪਰ ਕਸੂਰ ਮਨੁੱਖ ਦੀ ਅੱਖ ਦਾ ਤੇ ਸਜ਼ਾ ਇਸਤਰੀ ਨੂੰ ਦਿੱਤੀ ਵੀ ਤੂੰ ਆਪਣਾ ਮੂੰਹ ਢੱਕ ਕੇ ਰੱਖ। ਇਹ ਪਹਿਲਾ ਪਰਉਪਕਾਰ ਹੈ ਗੁਰੂ ਅਮਰਦਾਸ ਜੀ ਦਾ। ਉਹਨਾਂ ਨੇ ਆਖਿਆ ਵੀ ਤੁਸੀਂ ਚਿਹਰੇ ਤੋਂ ਆਪਣਾ ਨੰਗਾ ਰੱਖ ਸਕਦੇ ਹੋ, ਘੁੰਡ ਕੱਢਣ ਦੀ ਲੋੜ ਨਹੀਂ। ਦੂਜੀ ਗੱਲ, ਇਸਤਰੀ ਨੂੰ ਸਤੀ ਨਹੀਂ ਕਰਨਾ ਚਾਹੀਦਾ। ਸਤੀ ਪ੍ਰਥਾ ਭਾਵੇਂ ਇਹ ਗੋਰੇ ਕੈਰੇਡਰ ਲੈ ਗਏ ਨੇ, ਇਸ ਗੱਲ ਦਾ ਬਾਅਦ ਵਿੱਚ ਉਹਨਾਂ ਨੇ ਕਾਨੂੰਨਨ ਤੌਰ ਤੇ ਬੰਦ ਕਰਵਾਈ, ਪਰ ਇਹਦਾ ਪਹਿਲਾ ਹੋਕਾ ਗੁਰੂ ਅਮਰਦਾਸ ਜੀ ਨੇ ਲਾਇਆ ਸੀ ਤੇ ਸਤੀ ਪ੍ਰਥਾ ਬੰਦ ਕੀਤੀ ਸੀ। ਸਤੀ ਪ੍ਰਥਾ ਦਾ ਅਰਥ ਸੀ ਵੀ ਜਦੋਂ ਪਤੀ ਚੜ੍ਹਾਈ ਕਰਦੇ, ਭਾਵੇਂ ਉਹਨੂੰ ਵਿਆਹੀ ਨੂੰ 1 ਦਿਨ ਹੋਇਆ ਹੋਵੇ, ਉਹਨੂੰ ਚੁੱਕ ਕੇ ਜਿਉਂਦੀ ਨੂੰ ਪਤੀ ਦੀ ਚਿਖਾ ਵਿੱਚ ਸੁੱਟ ਦਿੱਤਾ ਜਾਂਦਾ ਸੀ। ਉਹ ਜਿੰਨਾ ਮਰਜ਼ੀ ਤਰਫੇ, ਬਿੱਲ ਲਾਵੇ, ਰੋਵੇ, ਉਹਦੇ ਮਾਪੇ ਰੋਣ, ਪਰ ਨਹੀਂ ਸੀ ਗੱਲ ਸਮਾਜ ਸੁਣਦਾ ਤੇ ਉਹਨੂੰ ਜਿਉਂਦੀ ਨੂੰ ਸਾੜ ਦਿੱਤਾ ਜਾਂਦਾ ਸੀ। ਤੇ ਇਸਤਰੀ ਜਾਤੀ ਦੇ ਦੂਜਾ ਜਿਹੜਾ ਕਹਿਰ ਹੁੰਦਾ ਸੀ, ਉਹਨੂੰ ਗੁਰੂ ਅਮਰਦਾਸ ਜੀ ਨੇ ਬੰਦ ਕਰਵਾਇਆ। ਤੀਜੀ ਗੱਲ, ਪੁਨਰ ਵਿਆਹ ਗੁਰੂ ਅਮਰਦਾਸ ਜੀ ਨੇ ਖੁਦ ਨੇ ਕੀਤਾ, ਸੱਚ ਨ ਸੱਚ ਦਾ ਦੂਜਾ ਵਿਆਹ ਕਰਨ ਦੀ ਆਗਿਆ ਦਿੱਤੀ। ਇਹ ਪਰਉਪਕਾਰ ਕੀਤਾ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਏਡੀ ਵੱਡੀ ਕਿਰਪਾ ਕੀਤੀ। ਬੀਬੀ ਭਾਨੀ ਆਪਣੇ ਨਾਲ ਇੱਕ ਇਹੋ ਜਿਹੇ ਉੱਚੇ ਰੁਤਬੇ ਤੇ ਪਹੁੰਚਾਇਆ, ਜਿਹਦਾ ਬੀਬੀ ਭਾਨੀ ਦੇ ਦੁਆਲੇ ਸਿੱਖੀ ਬਹੁਤ ਘੁੰਮਦੀ ਹੈ। ਆਪਣੇ ਕੋਲ ਇੰਨਾ ਵਕਤ ਨਹੀਂ ਹੁੰਦਾ ਸਾਰੀਆਂ ਤਹਾਂ ਭੁੱਲ ਸਕੀਏ। ਬੀਬੀ ਭਾਨੀ ਗੁਰੂ ਦੀ ਪੁੱਤਰੀ, ਬੀਬੀ ਭਾਨੀ ਗੁਰੂ ਦੀ ਪਤਨੀ, ਬੀਬੀ ਭਾਨੀ
ਧੰਨ ਗੁਰੂ ਅਰਜਨ ਪਾਤਸ਼ਾਹ ਜੀ ਗੁਰੂ ਦੀ ਮਾਂ ਬੀਬੀ ਭਾਨੀ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ ਬੀਬੀ ਭਾਨੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪੜਦਾਦੀ ਗੁਰੂ ਬੀਬੀ ਭਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਨਕੜ ਪੜਦਾਦੀ ਔਰ ਸਾਹਿਬਜ਼ਾਦਿਆਂ ਦੀ ਅੱਗੇ ਤੱਕ ਦੇਖੋ ਸਿੱਖੀ ਉਹਦੇ ਦੁਆਲੇ ਕਿੱਡੀ ਪਰਿਕਰਮਾ ਕਰਦੀ ਹੈ। ਇਹੋ ਜਿਹੀਆਂ ਬੀਬੀਆਂ ਦਾ ਸਨਮਾਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਲੋਕਾਂ ਦੀ ਬਾਣੀ ਦਰਜ ਨਹੀਂ ਸੀ ਕੀਤੀ ਜਿਹੜੇ 4 ਭਗਤ ਆਏ ਸਨ, ਜਿਹੜੇ ਕਹਿੰਦੇ ਸਨ ਬਈ ਉਹਨਾਂ ਵਿੱਚੋਂ ਇੱਕ ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ। ਛੱਜੂ ਕਹਿੰਦਾ ਸੀ ਵੀ ਕਾਗਜ਼ ਸੰਧੀ ਪੁੱਤਰੀ ਤਉ ਨਾ ਤਿਰਿਆ ਨਿਹਾਰ, ਇਉਂ ਹੀ ਮਾਰ ਲੈ ਜਾਏਗੀ ਜਿਉਂ ਬਲੋਚਾਂ ਦੀ ਤਾੜ। ਉਹ ਕਹਿੰਦਾ ਸੀ ਵੀ ਇਸਤਰੀ ਤਾਂ ਕਾਗਜ਼ ਦੀ ਵੀ ਇੱਕ ਤਸਵੀਰ ਬਣਾਈ ਹੋਵੇ ਉਹਨੂੰ ਵੀ ਨਹੀਂ ਵੇਖਣਾ ਚਾਹੀਦਾ, ਮਨੁੱਖ ਦਾ ਮਨ ਬੇਈਮਾਨ ਹੋ ਜਾਂਦਾ। ਗੁਰੂ ਜੀ ਕਹਿਣ ਲੱਗੇ ਨਾ ਹੋਏ ਭਲਿਆ, ਸਾਡੇ ਘਰ ਵਿੱਚ ਤਾਂ ਇਸਤਰੀ ਬਣ ਕੇ ਬਾਣੀ ਉਚਾਰੀ ਹੋਈ ਹੈ, ਸਾਡੇ ਘਰ ਵਿੱਚ ਤਾਂ ਮੰਗੀ ਹੋਈ ਹੈ, ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੇ ਮੰਗੀ। ਮੈਨੂੰ ਚੰਗੀ ਇਸਤਰੀ ਚਾਹੀਦੀ ਹੈ ਸਤਿਗੁਰੂ, ਮੇਰਾ ਜੀਵਨ ਸਫਲ ਹੋਵੇ। ਮੈਂ ਨਹੀਂ ਕਹਿੰਦਾ ਵੀ ਮੈਂ ਵਿਆਹ ਸ਼ਾਦੀ ਨਹੀਂ ਕਰਵਾਉਣੀ, ਜ਼ਰੂਰੀ ਹੈ ਇਸ ਲਈ। ਔਰ ਇਹ ਬੜਾ ਵੱਡਾ ਪਰਉਪਕਾਰ ਹੈ ਸਾਡੇ ਲਈ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ। ਇਸਤਰੀ ਦੇ ਨਿੰਦਕ ਦੀ ਬਾਣੀ ਅੰਕਿਤ ਨਹੀਂ ਹੈ, ਇਹ ਗੱਲ ਚੇਤੇ ਰੱਖਣ ਵਾਲੀ ਹੈ। 6ਵੇਂ ਪਾਤਸ਼ਾਹ ਨੂੰ ਗੁਜਰਾਤ ਦੇ ਇਲਾਕੇ ਵਿੱਚ ਸ਼ਾਹ ਦੌਲਾ ਨੇ ਇੱਕ ਸਵਾਲ ਕੀਤਾ ਸੀ। ਇਹ ਗੁਜਰਾਤ ਮੋਦੀ ਵਾਲੀ ਨਹੀਂ ਹੈ, ਇਹ ਕਸ਼ਮੀਰ ਵਾਲੀ ਸਾਈਡ ਨੂੰ ਇੱਕ ਨਗਰ ਸੀ ਗੁਜਰਾਤ। ਤੇ ਉਦੋਂ ਇੱਕ ਬਚਨ ਪੁੱਛਿਆ ਸੀ ਬਈ ਤੁਹਾਡੇ ਘਰ ਵਿੱਚ ਤੁਸੀਂ ਕਿਹੋ ਜਿਹੀ ਫਕੀਰੀ ਧਾਰਨ ਕੀਤੀ ਹੋਈ ਹੈ, ਵਿਆਹ ਸ਼ਾਦੀ ਕੀਤੀ, ਇਸਤਰੀ ਤੁਹਾਡੇ ਕੋਲ ਹੈ ਤੇ ਤੁਹਾਡੇ ਕੋਲ ਬੱਚੇ ਵੀ ਨੇ। ਸਾਹਿਬ ਨੇ ਆਖਿਆ ਸੀ ਸਾਡੇ ਘਰ ਵਿੱਚ ਇਸਤਰੀ ਇਮਾਨ ਹੈ। ਇਮਾਨ ਦਾ ਅਰਥ ਹੁੰਦਾ ਧਰਮ, ਇਸਤਰੀ ਤਾਂ ਧਰਮ ਹੈ ਕਮਲਿਓ। ਇਸਤਰੀ ਇਮਾਨ ਹੈ, ਦੌਲਤ ਗੁਜ਼ਰਾਨ ਹੈ, ਔਲਾਦ ਨਿਸ਼ਾਨ ਹੈ। ਔਲਾਦ ਬੰਦੇ ਦੀ ਜਿਹੜੀ ਉਹ ਦੁਨੀਆ 'ਚ ਨਿਸ਼ਾਨੀ ਹੁੰਦੀ ਹੈ। 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ, ਉਹਨਾਂ ਦੀ ਇੱਕ ਪੁੱਤਰੀ ਹੈ ਬੀਬੀ ਰੂਪ ਕੌਰ, ਔਰ ਰੂਪ ਕੌਰ ਨੂੰ ਇੰਨਾ ਪਿਆਰ ਕਰਦੇ ਸਨ ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਨੇ ਕਿਰਪਾ ਕਰਕੇ ਉਹਨਾਂ ਦੇ ਹੱਥ ਦੀ ਲਿਖੀ ਹੋਈ ਪੋਥੀ 1991 ਦੇ ਵਿੱਚ ਸਾਡੇ ਕੋਲ ਗੁਆਚੀ ਹੈ ਕਾਰ ਸੇਵਾ ਦੇ ਮਸਲੇ ਦੇ ਦਰਮਿਆਨ। ਨਹੀਂ ਉਹਨਾਂ ਦੇ ਹੱਥ ਦੀ ਲਿਖੀ ਹੋਈ ਪੋਥੀ ਤੇ ਇੱਕ ਸੱਚੇ ਪਾਤਸ਼ਾਹ ਨੂੰ ਕੱਢ ਕੇ ਦਿੱਤਾ ਹੈ ਰੁਮਾਲ, ਤੇ ਨਾਲ ਉਹਨਾਂ ਦੇ ਆਪਣੇ ਵੱਲੋਂ ਇੱਕ ਪੱਖੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਦਿਨ ਰਾਤ ਸੇਵਾ ਕਰਕੇ ਗੁਰੂ ਹਰਿਰਾਏ ਸਾਹਿਬ ਜੀ ਮਾਣ ਮਹਿਸੂਸ ਕਰਦੇ ਸਨ। ਲੋਕਾਂ ਦੇ ਘਰਾਂ 'ਚ ਬੱਚੀਆਂ ਹੋਣ, ਸੱਚੇ ਪਾਤਸ਼ਾਹ ਰੂਪ ਕੌਰ ਵਰਗੀਆਂ ਬੱਚੀਆਂ ਹੋਣ। 8ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਰਾਜਾ ਰਾਮ ਇੱਕ ਰੋਪੜ ਦਾ ਬਹੁਤ ਵੱਡਾ ਅਮੀਰ ਬੰਦਾ ਸੀ। ਜਦੋਂ ਉਹ ਮੱਥਾ ਟੇਕਣ ਗਿਆ, ਸਿੱਖਾਂ ਨੇ ਦੱਸਿਆ ਸਤਿਗੁਰੂ ਇਹ ਤਾਂ ਕੁੜੀ ਮਾਰ ਹੈ, ਆਪਣੇ ਘਰ ਵਿੱਚ ਕੁੜੀਆਂ ਨੂੰ ਮਾਰ ਦਿੰਦਾ ਹੈ। ਹਜ਼ੂਰ ਨੇ ਪਹਿਲੇ ਹੀ ਰੋਕ ਦਿੱਤਾ ਵੀ ਤੈਨੂੰ ਗੁਰੂ ਘਰ ਆਉਣ ਦਾ ਹੱਕ ਨਹੀਂ, ਜਿਹੜੇ ਨੜੀ ਮਾਰ ਕੁੜੀ ਮਾਰ ਨੇ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ ਮਿਲਦੀ। ਅਸੀਂ ਤਾਂ ਇਸਤਰੀ ਜਾਤੀ ਨੂੰ ਬਹੁਤ ਸਨਮਾਨ ਦਿੰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਜ਼ਿੰਦਗੀ ਭਰ ਕਿੱਡਾ ਵੱਡਾ ਰੁਤਬਾ ਬਣਾ ਕੇ ਰੱਖਿਆ। ਮਾਂ ਗੁਜਰ ਕੌਰ, ਅੱਜ ਅਸੀਂ ਸਬਰ ਨਹੀਂ ਕਰਦੇ, ਆਪਣੇ ਜੀਵਨ ਵਿੱਚ ਇਸ ਗੱਲ ਦਾ ਅਹਿਸਾਸ ਨਹੀਂ ਕਰਦੇ, ਤੀਜੇ ਦਿਨ ਸਾਡੇ ਕਦਮ ਭਟਕ ਜਾਂਦੇ ਨੇ। ਯਾਦ ਰੱਖਿਓ ਜੇ ਮਾਂ ਗੁਜਰ ਕੌਰ ਦੇ, ਉਹਨਾਂ ਦੀ ਉਮਰ ਕਰੀਬ 43 ਸਾਲ ਹੈ। ਬਹੁਤ ਸੌਖਾ ਜਿਹਾ ਸਮਝਣਾ, ਕੋਈ ਬਹੁਤਾ ਔਖਾ ਨਹੀਂ ਹੈ। 1633 ਜਾਂ 34 ਵਿੱਚ ਉਹਨਾਂ ਦੀ ਸ਼ਾਦੀ ਹੁੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁਜਰ ਕੌਰ ਦੀ, ਔਰ 1666 ਵਿੱਚ ਜਾ ਕੇ ਉਹਨਾਂ ਦੇ ਘਰ ਔਲਾਦ ਹੁੰਦੀ ਹੈ। ਤੁਸੀਂ ਹਿਸਾਬ ਲਾ ਲਓ ਵੀ 33 ਸਾਲ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਔਲਾਦ ਨਹੀਂ ਸੀ ਹੋਈ, ਤੇ 33 ਸਾਲ ਉਹਨਾਂ ਨੇ ਭਟਕਣਾ ਵਿੱਚ ਨਹੀਂ, ਸਬਰ ਸੰਤੋਖ ਵਿੱਚ ਜੀਵਨ ਗੁਜ਼ਾਰਿਆ। ਇੱਕ ਦਿਨ ਵੀ ਕੋਈ ਉਲਾਮਾ ਨਹੀਂ। ਉਹ ਮਾਂ ਗੁਜਰ ਕੌਰ ਨੂੰ ਸੰਸਾਰ ਸਨਮਾਨ ਦਿੰਦਾ, ਜਿਹਨੇ ਜਦੋਂ ਉਹ ਧੀ ਬਣੀ ਉਦੋਂ ਵੀ, ਜਦੋਂ ਪਤਨੀ ਬਣੀ ਉਦੋਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਕਿੰਨਾ ਸਾਥ ਦਿੱਤਾ। ਜਦੋਂ ਉਹ ਮਾਂ ਬਣੀ ਗੁਰੂ ਗੋਬਿੰਦ ਸਿੰਘ ਦੀ, ਉਦੋਂ ਕਿਸ ਤਰੀਕੇ ਆਪਣੇ ਪੁੱਤ ਨੂੰ ਪਾਲਿਆ, ਇੱਕ ਦਿਨ ਵੀ ਨਾ ਡਰੇ। ਜਦੋਂ ਦਾਦੀ ਬਣ ਕੇ ਆਪਣੇ ਪੋਤਰਿਆਂ ਨੂੰ ਪਾਲਿਆ, ਸਰਹੰਦ ਦੀਆਂ ਕੰਧਾਂ ਆਵਾਜ਼ਾਂ ਮਾਰ ਮਾਰ ਕੇ ਕਹਿੰਦੀਆਂ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਪਤਨੀ, ਉਸ ਮਾਂ ਗੁਜਰ ਕੋਲੋਂ ਦਾਦੀ ਬਣਨਾ ਸਿੱਖੋ। ਉਹ ਕਿਹੋ ਜੀ ਦਾਦੀ ਹੈ ਜਿਹੜੀ ਅੱਜ ਵੀ ਆਪਣੇ ਪੋਤਰਿਆਂ ਨੂੰ ਠੰਡੇ ਬੁਰਜ ਵਿੱਚ ਵੀ ਡੋਲਣ ਲੱਗੀ। ਇਸਤਰੀ ਜਾਤੀ ਦਾ ਕਿੰਨਾ ਵੱਡਾ ਸਨਮਾਨ ਹੈ ਸਾਡੇ ਘਰ ਵਿੱਚ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਖੰਡੇ ਬਾਟੇ ਦੀ ਪਹੁਲ ਦਿੱਤੀ ਤਾਂ ਉਦੋਂ ਵੀ ਬਰਾਬਰ ਦਾ ਸਨਮਾਨ ਦਿੱਤਾ। ਮੈਂ ਤੇ ਬਹੁਤ ਵਾਰੀ ਬੇਨਤੀ ਕਰਨਾ, ਸਾਡੇ ਘਰਾਂ ਵਿੱਚ 7 ਚੀਜ਼ਾਂ ਇਕੱਠੀਆਂ ਨੇ। ਸਾਡਾ ਇੱਕੋ ਹੀ ਗਿਆਨ ਹੈ, ਸਾਡਾ ਇੱਕੋ ਹੀ ਧਿਆਨ ਹੈ, ਸਾਡਾ ਇੱਕੋ ਹੀ ਭਗਵਾਨ ਹੈ, ਸਾਡਾ ਇੱਕੋ ਹੀ ਦੀਵਾਨ ਹੈ, ਸਾਡਾ ਇੱਕੋ ਹੀ ਖਾਨ ਹੈ,
ਸਾਡਾ ਖਾਣਾ ਇੱਕ ਜਗ੍ਹਾ ਤੇ ਬਣਦਾ ਹੈ, ਸਾਡਾ ਇੱਕੋ ਹੀ ਪਹਿਰਾਨ ਹੈ, ਅਸੀਂ ਇੱਕੋ ਤਰ੍ਹਾਂ ਦਾ ਪਹਿਨਦੇ ਹਾਂ, ਉਹੀ 5 ਕਕਾਰ ਇਸਤਰੀ ਪਹਿਨਦੀ, ਉਹੀ ਸਿੱਖ ਪਹਿਨਦਾ, ਕੋਈ ਵਿਤਕਰਾ ਨਹੀਂ ਹੈ। ਸਾਡਾ ਇੱਕੋ ਹੀ ਇਸ਼ਨਾਨ ਹੈ, ਇਸ਼ਨਾਨ ਇੱਕੋ ਹੀ ਜਗ੍ਹਾ 'ਚ, ਕੋਈ ਵਿਤਕਰਾ ਨਹੀਂ ਹੈ ਵੀ ਇੱਥੇ ਨਹੀਂ ਕੋਈ ਇਸ਼ਨਾਨ ਕਰ ਸਕਦਾ, ਗਰੀਬ ਅਮੀਰ ਦਾ। ਇੱਕੋ ਜਿਹੀਆਂ ਚੀਜ਼ਾਂ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਅੱਜ ਵੀ ਧੀ ਬੱਚੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜ੍ਹ ਕੇ ਆਪਣਾ ਜੀਵਨ ਸਫਲ ਕਰ ਸਕਦੀ ਹੈ, ਔਰ ਉਹਦੇ ਵਿੱਚੋਂ ਕਿੱਡਾ ਵੱਡਾ ਸਨਮਾਨ ਹੈ। ਜੇ ਆਪਾਂ ਬਾਣੀ ਪੜ੍ਹਨ ਵਾਲੇ ਪਾਸੇ ਦੇਖੀਏ ਤਾਂ ਉਹ ਬਾਣੀ ਪੜ੍ਹਨ ਵਾਲੀਆਂ ਕਿੱਡੀਆਂ ਕਿੱਡੀਆਂ ਸੂਰਬੀਰ ਸਿੱਖ ਸਿੱਖਣੀਆਂ ਹੋਈਆਂ ਨੇ, ਜਿਨ੍ਹਾਂ ਨੇ ਬਾਣੀ ਪੜ੍ਹ ਕੇ ਆਪਣਾ ਜੀਵਨ ਬਹੁਤ ਵਧੀਆ ਸੁਧਾਰਿਆ ਤੇ ਇੱਥੋਂ ਤੱਕ ਸਨਮਾਨ ਦਿੱਤਾ ਗੁਰੂ ਘਰ ਦੇ ਵਿੱਚ। ਸ਼ੇਖ ਫਰੀਦ ਆਖਦੇ ਨੇ, ਕਹਿੰਦੇ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤਿੰਨ ਧਨ ਜਣੇਂਦੀ ਮਾਏ, आप लिए लड़ लाए दर दरवेश से, ਤਿੰਨ ਧਨ ਜਣੇਂਦੀ ਮਾਏ ਆਏ ਸਫਲ ਸੇ। ਮੈਂ ਉਸ ਮਾਂ ਦੇ ਚਰਨ ਚੁੰਮ ਲਵਾਂ ਜਿਹੜੀ ਮਾਂ ਨੇ ਆਪਣੇ ਪੁੱਤ ਨੂੰ ਚੰਗੀ ਸਿੱਖਿਆ ਦਿੱਤੀ ਤੇ ਇਸ ਰਾਹ ਤੇ ਤੋਰਿਆ। ਤੇ ਇੱਥੇ ਤੱਕ ਸਨਮਾਨ ਹੈ ਪਿਆਰ ਵਾਲਿਓ। ਆਪਾਂ ਜਦੋਂ ਇਤਿਹਾਸ ਦੇ ਪੰਨੇ ਪੜ੍ਹਦੇ ਹਾਂ, ਜਿਹੜੇ ਲੋਕਾਂ ਦੇ ਡੋਲੇ ਲੁੱਟੇ ਜਾਂਦੇ ਸਨ, ਗੁਰੂ ਜੀ ਨੇ ਉਹਨਾਂ ਨੂੰ ਇਸ ਤੇ ਕਾਬਲ ਬਣਾ ਦਿੱਤਾ। ਹਰਸ਼ਰਨ ਕੌਰ ਵਰਗੀਆਂ ਸਿੱਖ ਇਤਿਹਾਸ ਵਿੱਚ ਐਸੀਆਂ ਬੀਬੀਆਂ ਹੋਈਆਂ, ਮਾਤਾ ਭਾਗ ਕੌਰ ਵਰਗੀਆਂ ਐਸੀਆਂ ਬੀਬੀਆਂ ਹੋਈਆਂ ਜਿਨ੍ਹਾਂ ਦੇ ਡੋਲੇ ਲੁੱਟਣੇ ਤਾਂ ਇੱਕ ਪਾਸੇ ਰਹੇ, ਜੰਗ ਦੇ ਮੈਦਾਨ ਵਿੱਚ ਬਰਾਬਰ ਸ਼ਹਾਦਤਾਂ ਪਾਈਆਂ। ਤੇ ਅੱਜ ਵੀ ਉਸ ਧੀ ਬੱਚੀ ਨੂੰ ਸ਼ਬਦ ਸੁਣ ਕੇ ਉਹਦੇ ਅੱਖਾਂ ਭਿੱਜ ਜਾਣੀਆਂ ਚਾਹੀਦੀਆਂ ਨੇ, ਉਹਦਾ ਹਿਰਦਾ ਭਿੱਜ ਜਾਣਾ ਚਾਹੀਦਾ ਜਦੋਂ ਅਰਦਾਸ ਵਿੱਚ ਸ਼ਬਦ ਸੁਣ ਰਹੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ। ਉੱਥੇ ਕੱਲਾ ਸਿੰਘਾਂ ਦਾ ਜ਼ਿਕਰ ਨਹੀਂ ਹੈ, ਉੱਥੇ ਸਿੰਘਣੀਆਂ ਨਾਲ ਪੜ੍ਹ ਕੇ ਉਹਨੂੰ ਫਖਰ ਨਾਲ ਆਪਣਾ ਸਿਰ ਉੱਚਾ ਕਰਨਾ ਚਾਹੀਦਾ ਹੈ। ਸਤਿਗੁਰੂ ਜੇ ਤੇਰੇ ਘਰ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਆਈ ਤਾਂ ਬਰਾਬਰ ਸਨਮਾਨ। ਜਦੋਂ ਇਸਤਰੀਆਂ ਨੂੰ ਗੁਰੂ ਅਮਰਦਾਸ ਜੀ ਨੇ 52 ਪੀੜੇ 22 ਮੰਜੀਆਂ ਥਾਪੀਆਂ ਤਾਂ 52 ਪੀੜੇ ਥਾਪੇ ਸਾਡੀ ਬਦਕਿਸਮਤੀ, ਅਸੀਂ ਉਹ ਇਤਿਹਾਸ ਸਾਂਭ ਨਹੀਂ ਸਕੇ। ਉਹ 52 ਪੀੜੇ ਹੀ ਬੀਬੀਆਂ ਨੂੰ ਪ੍ਰਚਾਰਕ ਬਣਾਇਆ ਗਿਆ ਸੀ ਤੇ 2 ਮੰਜੀਆਂ ਵੀ ਬੀਬੀਆਂ ਦੇ ਕੋਲ ਸੀ। ਜਿਹੜੇ ਅੱਜ ਲੋਕ ਕਹਿੰਦੇ ਵੀ ਇਸਤਰੀ ਨੂੰ ਪ੍ਰਚਾਰਕ ਨਹੀਂ ਬਣਾਇਆ ਜਾਂਦਾ, 2 ਪੀੜ੍ਹੀਆਂ ਮੰਜੀਆਂ ਉਹ ਬੀਬੀਆਂ ਦੇ ਕੋਲ ਸੀ। ਇੱਕ ਮੰਡੀ ਦੇ ਰਾਜਾ, ਉਹਦੀ ਘਰਵਾਲੀ ਆਈ ਸੀ ਜਦੋਂ, ਉਹਨੂੰ ਇਹ ਮੰਜੀ ਦਿੱਤੀ ਸੀ। ਅਤੇ ਦੂਜਾ ਜਿਹੜਾ ਭਾਈ ਪ੍ਰੇਮਾ ਕੋਹੜੀ ਤੋਂ ਗੁਰੂ ਕਾ ਸਿੱਖ ਬਣਿਆ ਸੀ, ਮੱਥੋਂ ਮੁਰਾਰੀ ਦੇ ਨਾਂ ਤੇ ਬੜਾ ਪ੍ਰਸਿੱਧ ਹੈ, ਉਹ ਪਤੀ ਪਤਨੀ ਨੂੰ ਮੰਜੀ ਦਿੱਤੀ ਸੀ ਗੁਰੂ ਅਮਰਦਾਸ ਜੀ ਨੇ। ਤੋ ਅੱਜ ਵੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਮੇਰੀ ਇਸ ਗੱਲ ਨੂੰ ਮਾਫ ਕਰ ਦਿਓ, ਮੈਂ ਹੱਥ ਜੋੜ ਕੇ ਬੇਨਤੀ ਕਰਨਾ, ਮੇਰੀਆਂ ਵੀ ਧੀਆਂ ਨੇ, ਮੇਰੇ ਵੀ ਪਰਿਵਾਰ ਹੈ, ਪਰ ਮੈਂ ਆਪਣੀਆਂ ਧੀਆਂ ਜਾਣ ਕੇ ਤੁਹਾਨੂੰ ਬੇਨਤੀ ਕਰਨ ਲੱਗਾ ਵੀ ਅੱਜ ਦੀ ਬੱਚੀ ਵੀ ਗੁੰਮਰਾਹ ਹੋ ਚੁੱਕੀ ਹੋਈ ਹੈ। ਉਹ ਆਜ਼ਾਦੀ ਦੇ ਨਾਂ ਦੇ ਉੱਤੇ ਵਸਤਰ ਵਿਹੀਨ ਹੋ ਕੇ ਆਜ਼ਾਦੀ ਦੇ ਗਲਤ ਅਰਥ ਕੱਢ ਰਹੀ ਹੈ। ਉਹਨੂੰ ਇਹ ਨਹੀਂ ਪਤਾ ਵੀ ਇਹਦੇ ਨਾਲ ਮੈਂ ਆਪ ਹੀ ਖੁਆਰ ਹੋ ਜਾਵਾਂਗੀ। ਮੈਨੂੰ ਕਹਿਣ ਦੀ ਆਗਿਆ ਦਿਓ, ਇਸਤਰੀ ਦੇ ਪ੍ਰਤੀ ਮਨੁੱਖ ਦਾ ਕਰੇਜ਼ ਖਤਮ ਹੋ ਗਿਆ ਵਸਤਰ ਵਿਹੀਨ ਹੋ ਕੇ, ਤੇ ਕੱਲ ਇਹ ਆਪ ਹੀ ਪਛਤਾਏਗੀ। ਅੱਜ ਉਸ ਬੱਚੀ ਨੂੰ ਵੀ ਚਾਹੀਦਾ ਮੈਂ ਆਪਣੇ ਮਾਣ ਮੱਤੇ ਵਿਰਸੇ ਵਿੱਚੋਂ ਆਪਣੇ ਜੀਵਨ ਦੀ ਸੇਧ ਲਵਾਂ। ਉਹਨੂੰ ਪਤੀ ਕੋਲ ਕਿਵੇਂ ਜਾਣਾ, ਗੁਰਬਾਣੀ ਨੇ ਇਹ ਵੀ ਸਿਖਾਇਆ ਹੋਇਆ ਵੀ ਪਤੀ ਕੋਲ ਕਿਵੇਂ ਜਾਣਾ, ਸ਼ਿੰਗਾਰ ਕਰਕੇ ਜਾਣਾ। ਬੜੇ ਐਸੇ ਬਚਨ ਨੇ ਗੁਰਬਾਣੀ ਵਿੱਚ ਜਿੱਥੇ ਪਤੀ ਨੂੰ ਮਨਾਉਣ ਲਈ ਸ਼ਿੰਗਾਰ ਦੀ ਗੱਲ ਕੀਤੀ ਹੋਈ ਹੈ। ਰੱਜ ਕੇ ਸ਼ਿੰਗਾਰ ਕਰੋ, ਆਪਣੇ ਪਤੀ ਲਈ ਕਰੋ, ਕੋਈ ਇਤਰਾਜ਼ ਨਹੀਂ, ਉਸ ਤਰ੍ਹਾਂ ਦਾ ਜਿਹੜਾ ਗੁਰਮਤ ਵਿੱਚ ਪ੍ਰਵਾਨ ਹੈ। ਪਰ ਜੇ ਤੁਸੀਂ ਸੋਚੋ ਵੀ ਵਸਤਰ ਵਿਹੀਨ ਹੋਣ ਦਾ ਨਾਂ ਆਜ਼ਾਦੀ ਹੈ, ਤਾਂ ਮੇਰਾ ਖਿਆਲ ਹੈ ਇਹ ਅਜੋਕੇ ਸਮੇਂ ਦੇ ਵਿੱਚ ਉਸ ਧੀ ਬੱਚੀ ਨੂੰ ਵੀ ਸਮਝਣਾ ਚਾਹੀਦਾ, ਉਹਨੂੰ ਆਪਣੇ ਜੀਵਨ ਤੇ ਪਹਿਰਾ ਦੇਣਾ ਚਾਹੀਦਾ। ਗੁਰਮਤ ਨੇ ਬਹੁਤ, ਲੋਕਾਂ ਨੇ ਇਸਤਰੀ ਨੂੰ ਦੇਵੀ ਬਣਾ ਕੇ ਤਾਂ ਪੂਜਿਆ ਸੀ, ਪਰ ਬਣਦਾ ਸਨਮਾਨ ਨਹੀਂ ਸੀ ਦਿੱਤਾ। ਗੁਰਮਤ ਨੇ ਹਰ ਪੱਖ ਤੋਂ ਬਣਦਾ ਸਨਮਾਨ ਦਿੱਤਾ। ਘਰ ਵਾਲੀ, ਘਰ ਵਿੱਚ ਰਹਿਣ ਵਾਲੀ ਧੀ ਬੱਚੀ ਨੂੰ ਵੀ ਜੀਵਨ ਜਾਚ ਬਖਸ਼ੀ ਹੈ, ਜੰਗ ਦੇ ਮੈਦਾਨਾਂ ਤੱਕ ਜਾਣ ਵਾਲੀ ਬੱਚੀ ਨੂੰ ਜੀਵਨ ਜਾਚ ਬਖਸ਼ੀ ਹੈ, ਕਾਰੋਬਾਰੀ ਬੱਚੀ ਨੂੰ ਜੀਵਨ ਜਾਚ ਬਖਸ਼ੀ ਹੈ। ਹਰ ਇੱਕ ਤਰੀਕੇ ਇਸਤਰੀ ਦਾ ਬਹੁਤ ਵਧੀਆ ਸਨਮਾਨ ਬਖਸ਼ਿਸ਼ ਕੀਤਾ। ਸਾਨੂੰ ਗੁਰਮਤ ਦੇ ਵਿਹੜੇ 'ਚ ਰਹਿਣਾ ਚਾਹੀਦਾ, ਮਾਣ ਕਰਨਾ ਚਾਹੀਦਾ। ਜੋ ਕਲਮਾਂ ਦੇ ਲੋਕਾਂ ਨੇ ਕਦੇ ਤਾਂ ਅੱਜ ਵੀ ਸਾਡਾ ਸਮਾਜ ਉਧਰਲੇ ਪਾਸੇ ਝੁਕਾ ਰੱਖਦਾ, ਜਿਹੜਾ ਮੇਰੀ ਬੱਚੀ ਦੀਆਂ ਅੱਖਾਂ ਦੱਸਦਾ, ਜਿਹੜਾ ਮੈਂ ਬਹੁਤ ਵਾਰੀ ਇਹ ਬੇਨਤੀ ਕਰਨਾ, ਜਿੰਨੀਆਂ ਵੀ ਕਲਮਾਂ ਚੱਲੀਆਂ ਉਹ ਲੋਕ ਇਸਤਰੀ ਦੇ ਮੁਖ ਤੇ ਚੱਲੀਆਂ ਨੇ। ਜਿੰਨੀਆਂ ਵੀ ਕਲਮਾਂ ਚੱਲੀਆਂ ਉਹ ਇਸਤਰੀ ਦੇ ਮੁਖ ਤੇ ਚੱਲੀਆਂ। ਗੁਰੂ ਨਾਨਕ ਦੀ ਕਲਮ ਇਸਤਰੀ ਦੀ ਕੁੱਖ ਤੇ ਚੱਲੀ ਹੈ।
ਕਹਿਣ ਲੱਗੇ ਇਸ ਤਰੀਕੇ ਮੁੱਖ ਨੂੰ ਸਲਾਮ ਕਰ, ਉਹਦੇ ਕੱਲੇ ਮੁੱਖ ਨੂੰ ਨਹੀਂ। ਇਹ ਮੁੱਖ ਤੇ 4 ਦਿਨਾਂ ਦੀ ਗੱਲ ਹੈ ਭਲਿਓ, ਇਹ ਤਾਂ ਜਿਹੜਾ ਸੁੰਦਰਤਾ ਇੱਕ ਰੂਪਤਾ ਵਿੱਚ ਬਦਲ ਜਾਂਦੀ ਹੈ। ਪਰ ਜੇ ਅਸੀਂ ਅੰਦਰੂਨੀ ਪਿਆਰ ਰੱਖੀਏ ਤੇ ਉਹ ਕਦੇ ਵੀ ਮੱਠਾ ਨਹੀਂ ਪੈਂਦਾ, ਉੱਤੇ ਸਦੀਪ ਪਿਆਰਾ ਹੈ। ਉਹ ਸਦੀਪ ਸਾਨੂੰ ਸਮਝਾਉਂਦਾ ਹੈ। ਅੱਜ ਵੀ ਲੋੜ ਹੈ ਜਿਹੜੇ ਲੋਕ ਮੇਰੀ ਧੀ ਦੀਆਂ ਅੱਖਾਂ ਦੱਸਦੇ ਵੀ ਇਹੋ ਜਿਹੀਆਂ, ਮੇਰੀ ਉਹ ਧੀ ਦਾ ਨੱਕ ਦੱਸਦੇ ਵੀ ਇਹੋ ਜਿਹਾ, ਮੇਰੀ ਉਹ ਧੀ ਦੀਆਂ ਗੱਲਾਂ ਦੱਸਦੇ ਵੀ ਇਹੋ ਜਿਹੀਆਂ, ਬੁੱਲ ਦੱਸਦੇ ਉਹਦੇ ਕਿਹੋ ਜਿਹੀ, ਉਹਦੀ ਗਰਦਨ ਕਿਹੋ ਜਿਹੀ ਹੈ। ਮੈਂ ਬਾਕੀ ਸ਼ਬਦਾਂ ਦਾ ਖਿਆਲ ਨਹੀਂ ਰੱਖਣਾ ਚਾਹੁੰਦਾ, ਇਸ ਤਰ੍ਹਾਂ ਤੁਹਾਡੇ ਨਾਲ ਸਾਂਝਾ ਕਰਨ ਜੋਗਾ ਨਹੀਂ ਹੈ। ਉਹਨਾਂ ਕਲਮਾਂ ਨੇ ਕੀ ਕੀ ਕੁਛ ਲਿਖ ਦਿੱਤਾ। ਅੱਜ ਲੋੜ ਹੈ ਇਸ ਗੱਲ ਦੀ ਵੀ ਮੈਂ ਉਹਨਾਂ ਲੋਕਾਂ ਨੂੰ ਪਿੱਛੇ ਕਰਕੇ ਉਹਨਾਂ ਲੋਕਾਂ ਨੂੰ ਅੱਗੇ ਲਿਆਵਾਂ ਜਿਹੜੇ ਮੈਨੂੰ ਦਿਖਾਉਂਦੇ ਨੇ ਵੀ ਤੇਰੀ ਮਾਂ ਕਿਹੋ ਜਿਹੀ ਹੋਵੇ, ਤੇਰੀ ਭੈਣ ਕਿਹੋ ਜਿਹੀ ਹੋਵੇ, ਤੇਰੀ ਇਸਤਰੀ ਕਿਹੋ ਜਿਹੀ ਹੋਵੇ, ਤੇਰੀ ਧੀ ਕਿਹੋ ਜਿਹੀ। ਅੱਜ ਸਾਨੂੰ ਸਮਾਜਿਕ ਪੱਖ ਵਿੱਚ ਅਸੀਂ ਹੀ ਪ੍ਰਦੂਸ਼ਿਤ ਕਰ ਰਹੇ ਹਾਂ। ਸਮਾਜ ਸਾਡੇ ਤੋਂ ਹੀ ਬਣਦਾ, ਸਾਡੇ ਘਰਾਂ ਦੇ ਵਿੱਚੋਂ ਆਈਆਂ ਹੋਈਆਂ ਗੱਲਾਂ ਨਾਲ ਹੀ ਬਣਦਾ। ਅੱਜ ਲੋੜ ਇਸ ਗੱਲ ਦੀ, ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ। ਬਿਲਕੁਲ ਵੀਰ ਜੀ, ਬਹੁਤ ਹੀ ਦਿਲ ਟੁੰਬੇ ਵਿਚਾਰ ਤੇ ਕੜਵਾ ਸੱਚ ਤੁਸੀਂ ਬੋਲਿਆ। ਮੈਂ ਖੁਦ ਭਾਵੁਕ ਹੋ ਗਈ ਹਾਂ ਸੁਣ ਕੇ ਇਸ ਗੱਲ ਨੂੰ। ਤੇ ਮੈਂ ਬੇਨਤੀ ਕਰਦੀ ਹਾਂ ਜੀ ਪ੍ਰਵਿੰਦਰ ਸਿੰਘ ਜੀ, ਤੁਸੀਂ ਵੀ ਦੱਸੋ ਤੁਹਾਡੇ ਕੀ ਵਿਚਾਰ ਨੇ ਸਿੱਖ ਮਤ ਅਨੁਸਾਰ। ਮੈਂ ਮਤਲਬ ਫਿਲਹਾਲ ਤੇ ਪਹਿਲੀ ਗੱਲ ਤੇ ਮੈਂ ਇਹ ਕਹਾਂਗਾ ਕਿ ਵੀਰ ਅਮਰੀਕ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਹੜੀਆਂ ਇਹਨਾਂ ਨੇ ਜਿਹੜੀਆਂ ਅੱਜ ਗੱਲਾਂ ਕੀਤੀਆਂ ਨੇ। ਮਤਲਬ ਮੈਂ ਸੱਚੀ ਕਹਾਂ ਤੇ ਮੇਰੇ ਬੋਲਣ ਲਈ ਇਹਨਾਂ ਨੇ ਕੁਝ ਨਹੀਂ ਛੱਡਿਆ। ਬਿਲਕੁਲ ਮੈਂ ਖੁਦ ਭਾਵੁਕ ਹੋ ਗਈ ਹਾਂ। ਜੀ ਜੀ ਜੀ, ਮੈਂ ਪਿਛਲੇ ਜਿੰਨੇ ਵੀ ਆਪਣੇ ਪ੍ਰੋਗਰਾਮ ਹੋਏ ਨੇ ਪ੍ਰਿਤਪਾਲ, ਤੁਸੀਂ ਦੇਖਿਆ ਹੋਣਾ, ਮੈਂ ਉਹਨਾਂ 'ਚ ਬੜਾ ਖੁੱਲ ਕੇ ਬੋਲਿਆ, ਬੜੀਆਂ ਗੱਲਾਂ ਬੋਲਿਆ। ਪਰ ਅੱਜ ਵੀਰ ਅਮਰੀਕ ਸਿੰਘ ਜੀ ਨੇ ਉਹ ਸਾਰੀਆਂ ਗੱਲ, ਮੈਂ ਅੱਜ ਨਾ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਅੱਜ ਪ੍ਰੋਗਰਾਮ ਵਿੱਚ ਵੀਰ ਅਮਰੀਕ ਸਿੰਘ ਜੀ ਆ ਰਹੇ ਨੇ, ਤੇ ਮੈਨੂੰ ਸੁਣ ਕੇ ਬੜੀ ਖੁਸ਼ੀ ਹੋਈ। ਮੈਂ ਕਿਹਾ ਚਲੋ ਇੱਕ ਵਿਦਵਾਨ ਜਿਹੜੇ ਉਹਨਾਂ ਨਾਲ ਬੈਠਾਂਗੇ ਤੇ ਕੁਝ ਸਿੱਖਣ ਨੂੰ ਮਿਲੇਗਾ। ਕੁਝ ਨਹੀਂ, ਬੜਾ ਕੁਝ ਸਿੱਖਣ ਨੂੰ ਮਿਲਦਾ ਇਹਨਾਂ ਨਾਲ ਬੈਠ ਕੇ। ਔਰ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ, ਮਤਲਬ ਵਾਕਈ A to Z ਜਿਹੜੀਆਂ ਸਾਰੀਆਂ ਗੱਲਾਂ ਵੀਰ ਜੀ ਨੇ ਕਰਤੀਆਂ ਨੇ। ਬਿਲਕੁਲ ਮੈਨੂੰ ਵੀ, ਮੈਂ ਇੰਨੀ ਬਹੁਤ ਖੁਸ਼ੀ ਸੀ ਇਹਨਾਂ ਦੇ ਵਿਚਾਰ ਸੁਣਨ ਦੀ, ਪਰ ਇੰਨੀ ਅੰਦਰੋਂ ਭਾਵੁਕਤਾ ਹੋ ਜਾਏਗੀ। ਇਤਿਹਾਸ ਨੂੰ ਦੇਖੋ, ਔਰਤ ਦੇ ਬਾਰੇ ਜਿਹੜੀ ਇਤਿਹਾਸ ਨੂੰ ਲੈ ਕੇ ਵੀਰ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ, ਬੁੱਧੀਜ਼ਮ ਦੀਆਂ ਜਿਹੜੀਆਂ, ਸੁਕਰਾਤ ਦੀਆਂ ਗੱਲਾਂ, ਉਹ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ। ਤੇ ਮੈਨੂੰ ਲੱਗਾ ਸੀ, ਮੈਂ ਕਿਹਾ ਵੀਰ ਜੀ ਨੇ ਵਾਕਈ ਬੜੀਆਂ ਗੱਲਾਂ ਕਰਤੀਆਂ। ਤੇ ਮੈਂ ਅੱਜ ਪ੍ਰੈਜ਼ੈਂਟ ਬਾਰੇ ਗੱਲ ਕਰਾਂਗਾ, ਤੇ ਵੀਰ ਜੀ ਨੇ ਅੱਜ ਪ੍ਰੈਜ਼ੈਂਟ ਬਾਰੇ ਵੀ ਗੱਲ ਕਰ ਦਿੱਤੀ ਹੈ। ਮਤਲਬ ਮੈਂ ਸੱਚਾਈ ਕਹਾਂ, ਮੇਰੇ ਬੋਲਣ ਲਈ ਛੱਡਿਆ ਕੁਝ ਨਹੀਂ, ਲੇਕਿਨ ਪ੍ਰੈਜ਼ੈਂਟ ਬਾਰੇ ਮੈਂ ਥੋੜਾ ਜਿਹਾ ਪ੍ਰੈਜ਼ੈਂਟ ਬਾਰੇ ਮੈਂ ਗੱਲ ਕਰਾਂਗਾ, ਕਿਉਂਕਿ ਇਤਿਹਾਸ ਬਾਰੇ ਪਿਛੋਕੜ ਬਾਰੇ ਮੈਂ ਅਗਰ ਕੁਝ ਗੱਲ ਕਰਾਂ ਤੇ ਵੀਰ ਜੀ ਨੂੰ ਮਤਲਬ ਉਹ ਜਿਵੇਂ ਕਹਿੰਦੇ ਨਾ, ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ। ਵੀਰ ਜੀ ਨੇ ਜੋ ਗੱਲਾਂ ਕੀਤੀਆਂ, ਮੈਂ ਉਸ ਕਾਬਿਲ ਨਹੀਂ ਗੱਲਾਂ ਕਰਨ ਲਾਇਕ। ਲੇਕਿਨ ਪ੍ਰੈਜ਼ੈਂਟ ਵਿੱਚ ਵੀਰ ਜੀ ਨੇ ਜਿਹੜੀ ਗੱਲ ਕੀਤੀ ਨਾ, ਵਾਕਈ ਅੱਜ ਨੰਗੇਜ ਇਸ ਹੱਦ ਤੱਕ ਵੱਧ ਗਿਆ। ਤੁਸੀਂ ਵੇਖੋ, ਅੱਗੇ ਹੁੰਦਾ ਸੀਗਾ ਕਿ ਵਿਆਹਾਂ ਸ਼ਾਦੀਆਂ ਤੇ ਲਿਆ ਕੇ ਆਰਕੈਸਟਰਾ ਨਚਾਈਆਂ ਜਾਂਦੀਆਂ ਸਨ। ਅੱਜ ਸਾਡੀ ਸਿੱਖਾਂ ਦੀਆਂ ਆਪਣੀਆਂ ਧੀਆਂ, ਇੱਕ ਸਭ ਤੋਂ ਜ਼ਿਆਦਾ ਗੰਦ ਪਾਤਾ ਟਿਕਟੌਕ ਨੇ। ਬਿਲਕੁਲ, ਟਿਕਟੌਕ ਤੇ ਸਾਡੇ ਇੰਨੇ ਮਤਲਬ ਸਿੱਖ ਬੱਚੇ ਬੱਚੀਆਂ ਔਰ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਪਾਉਂਦੇ ਪਏ ਨੇ, ਬੜੀ ਹੈਰਾਨੀ ਹੁੰਦੀ। ਪਿੱਛੇ ਜੇ ਮੈਂ ਦੇਖਿਆ, ਇੱਕ ਪਿਓ ਧੀ ਨੇ ਇਕੱਠਿਆਂ ਨੇ ਟਿਕਟੌਕ ਤੇ ਇੱਕ ਵੀਡੀਓ ਪਾਈ ਹੋਈ ਸੀ ਕਿ ਇਹਨਾਂ ਨੇ ਕੀਤਾ ਕੀ। ਉਹ ਚੀਜ਼ਾਂ ਜਿਹੜੀਆਂ ਨੇ, ਮਤਲਬ ਵੇਖ ਕੇ ਆਪਣੇ ਆਪ ਹੀ ਸ਼ਰਮ ਆਉਂਦੀ ਹੈ ਕਿ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਕੀ ਸੀ, ਤੇ ਅਸੀਂ ਉਹ ਛੱਡ ਕੇ ਅਸੀਂ ਅਡਾਪਟ ਕੀ ਕਰੀ ਜਾਂਦੇ ਹਾਂ। ਬਿਲਕੁਲ ਸੱਚ। ਦੂਜੇ ਧਰਮਾਂ ਦੇ ਲੋਕ, ਦੂਜੇ ਮੁਲਕਾਂ ਦੇ ਲੋਕ ਜਿਹੜੇ ਨੇ ਸਿੱਖੀਜ਼ਮ ਤੋਂ ਪ੍ਰਭਾਵਿਤ ਹੋ ਕੇ ਉਹ ਸਾਡੇ ਵੱਲ ਤੁਰਨ ਲੱਗ ਪਏ ਨੇ। ਅਸੀਂ ਆਪਣਾ ਸਭ ਕੁਝ ਭਰਿਆ ਹੋਇਆ ਖਜ਼ਾਨਾ, ਸਮੁੰਦਰ ਤੋਂ ਵੱਡਾ ਖਜ਼ਾਨਾ ਛੱਡ ਕੇ ਅਸੀਂ ਨੰਗੇ ਚੱਲ ਤੁਰ ਪਏ ਹਾਂ। ਤਾਂ ਇਹ ਚੀਜ਼ਾਂ ਜਿਹੜੀਆਂ ਨੇ, ਮਤਲਬ ਵੇਖ ਕੇ ਬੜਾ ਅਫਸੋਸ ਵੀ ਬੜਾ ਹੁੰਦਾ ਹੈ ਕਿ ਸਾਡਾ ਇਤਿਹਾਸ ਕੀ ਹੈ, ਸਾਡੇ ਕੋਲ ਇੰਨਾ ਖਜ਼ਾਨਾ ਹੈ। ਮਤਲਬ ਮੈਂ ਇੱਕ ਵਾਰੀ ਫਿਰ ਇਹ ਗੱਲ ਲਫ਼ਜ਼ ਵਰਤਾਂਗਾ ਕਿ ਸਮੁੰਦਰ ਤੋਂ ਵੱਡਾ ਖਜ਼ਾਨਾ ਹੈ ਸਾਡੇ ਕੋਲ, ਲੇਕਿਨ ਅਸੀਂ ਉਹ ਛੱਡ ਕੇ ਤੁਰ ਕੇ ਇਸ ਪਾਸੇ ਪਏ ਹਾਂ। ਤਾਂ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਾਂਗਾ, ਕਿਉਂਕਿ ਵੀਰ ਜੀ ਨੇ ਇੰਨੀਆਂ ਗੱਲਾਂ ਕਹਿਤੀਆਂ ਨੇ ਕਿ ਮੇਰੇ ਮਤਲਬ ਮੈਂ ਤਾਂ ਲਾਇਕ ਹੀ ਨਹੀਂ ਸਮਝਦਾ ਆਪਣੇ ਆਪ ਨੂੰ ਕਿ ਮੈਂ ਹੁਣ ਅੱਗੇ ਕੁਝ ਬੋਲਾਂ। ਬਿਲਕੁਲ ਵੀਰ ਜੀ, ਮੈਂ ਖੁਦ ਬਹੁਤ, ਮੈਂ ਕਹਿੰਦਾ ਮੇਰੇ ਕੋਲ ਸ਼ਬਦ ਨਹੀਂ ਹੈ, ਸਮਝ ਹੀ ਨਹੀਂ ਆ ਰਿਹਾ ਵੀ ਮੈਂ ਕੀ ਬੋਲਾਂ। ਬਹੁਤ ਹੀ ਇਹ ਸੱਚਾਈ ਹੈ। ਔਰ ਵੀਰ ਜੀ ਨੇ ਜਿਹੜੀ ਲਾਸਟ ਵਾਲੀ ਗੱਲ ਕਹੀ ਕਿ ਅੱਜ ਦੇ ਯੁੱਗ ਵਿੱਚ ਔਰਤ, ਵਾਕਿਆ ਠੀਕ ਹੈ, ਮੈਂ ਵੀ ਇੱਕ ਔਰਤ ਹਾਂ, ਪਰ ਮੈਂ ਇਹ ਗੱਲ ਕਹਿੰਦੀ ਹਾਂ ਕਿ ਔਰਤ ਹੀ ਔਰਤ ਦੀ ਦੁਸ਼ਮਣ ਬਣ ਚੁੱਕੀ ਹੈ। ਚਾਹੇ ਉਹ ਸੱਸ ਦੇ ਵਿੱਚ ਕਹਿ ਲਓ, ਚਾਹੇ ਉਹ ਔਰਤ ਦੀ ਦੁਸ਼ਮਣ ਦੇਖੋ ਕਿਸ ਤਰ੍ਹਾਂ ਹੈ। ਹਾਂਜੀ, ਇੱਕ ਔਰਤ ਜਿਹੜੀ ਹੈ ਉਹ ਜਦ ਤੱਕ ਨੂੰਹ ਹੈ ਉਹ ਸੱਸ ਨੂੰ ਦੁਸ਼ਮਣ ਸਮਝਦੀ ਹੈ, ਜਦੋਂ ਸੱਸ ਬਣਦੀ ਹੈ ਉਹ ਨੂੰਹ ਨੂੰ ਦੁਸ਼ਮਣ ਸਮਝਦੀ ਹੈ, ਉਹ ਨਨਾਣ ਹੋ ਕੇ ਆਪਣੀ ਭਰਜਾਈ ਨੂੰ ਦੁਸ਼ਮਣ ਸਮਝਦੀ ਹੈ, ਜਿੱਥੇ ਆਪ ਭਰਜਾਈ ਬਣ ਕੇ ਜਾਂਦੀ ਹੈ ਉੱਥੇ ਆਪਣੀ ਨਨਾਣ ਨੂੰ ਦੁਸ਼ਮਣ ਸਮਝਦੀ ਹੈ। ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਇੱਕ ਇਹ ਵੀ ਬੜੀ ਹੈਗੀ ਹੈ
ਕਿ ਔਰਤ ਦੀ ਦੁਸ਼ਮਣ ਔਰਤ ਬਣੀ ਬੈਠੀ ਹੈ, ਜਦਕਿ ਅਗਰ ਔਰਤ ਨੂੰ ਸਪੋਰਟ ਕਰੇ ਕਿ ਅੱਜ ਮੈਂ ਨੂੰਹ ਬਣ ਕੇ ਆਈ ਹਾਂ, ਔਰ ਸੱਸ ਜਿਹੜੀ ਇਹ ਸਪੋਰਟ ਕਰੇ ਕਿ ਜਦੋਂ ਮੈਂ ਨੂੰਹ ਬਣ ਕੇ ਆਈ ਸੀ ਮੈਨੂੰ ਸਪੋਰਟ ਨਹੀਂ ਕੀਤਾ, ਮੈਂ ਅੱਜ ਆਪਣੀ ਨੂੰਹ ਨੂੰ ਸਪੋਰਟ ਕਰਾਂ, ਤੇ ਸ਼ਾਇਦ ਜਿਹੜਾ ਇਤਿਹਾਸ ਜਿਹੜਾ ਨਾ ਮਤਲਬ ਉਹ ਕੁਝ ਹੋਰ ਹੋਏਗਾ ਤੇ ਪ੍ਰੈਜ਼ੈਂਟ ਔਰ ਸਾਡਾ ਫਿਊਚਰ ਜਿਹੜਾ ਕੁਝ ਹੋਰ ਬਦਲ ਕੇ ਹੋ ਜਾਏਗਾ। ਬਿਲਕੁਲ ਬਿਲਕੁਲ। ਦੂਜੀ ਗੱਲ, ਨੰਗੇਜ ਨੂੰ ਫੈਸ਼ਨ ਸਮਝ ਲਿਆ ਗਿਆ ਹੈ। ਜਿਹਦੀ ਗੱਲ ਨੰਗੇਜ ਨੂੰ ਫੈਸ਼ਨ ਬਣਾ ਕੇ ਆਪਣੇ ਆਪ ਨੂੰ ਮਾਡਰਨ ਕਹਾ ਰਹੀ ਹੈ ਕਿ ਮੈਂ ਅੱਧ ਨੰਗੇ ਕੱਪੜੇ ਪਾ ਕੇ ਤੇ ਮੈਂ ਮਾਡਰਨ ਬਣ ਗਈ ਹਾਂ। ਤੇ ਮੈਂ ਵੀ ਜੀ ਮੈਂ ਨਹੀਂ ਬੋਲਾਂਗੀ, ਮੈਂ ਤੁਹਾਡੇ ਹੀ ਵਿਚਾਰ ਸੁਣਨੇ ਚਾਹਾਂਗੇ। ਪਰਵਿੰਦਰ ਜੀ, ਤੁਸੀਂ ਵੀ ਮੇਰੇ ਨਾਲ ਮੈਨੂੰ ਲੱਗਦਾ ਸਹਿਮਤ ਹੋਗੇ ਵੀ ਇਸ ਬਾਰੇ। ਇੱਕ ਛੋਟੀ ਜਿਹੀ ਗੱਲ ਕਹਿ ਕੇ ਨਾ ਮੈਂ ਛੋਟੀ ਜਿਹੀ ਗੱਲ ਕਹਿਣਾ ਚਾਹਾਂਗਾ। ਮੈਂ ਤੁਹਾਨੂੰ ਇੱਕ ਦੱਸਾਂ, ਇਸ ਲਾਕਡਾਊਨ ਦੇ ਦਰਮਿਆਨ ਉੱਥੇ ਅਮਰੀਕਾ 'ਚ ਤੇ ਖੈਰ ਉਹਨਾਂ ਲਾਕਡਾਊਨ ਦਾ ਨਹੀਂ ਹੋਇਆ ਜਿੰਨਾ ਇੰਡੀਆ ਵਿੱਚ ਲਾਕਡਾਊਨ ਬੜਾ ਸਖਤੀ ਨਾਲ ਹੋਇਆ, ਤੇ ਇੱਥੇ ਤੇ 2 ਮਹੀਨੇ ਤੇ ਖੈਰ ਲੋਕਾਂ ਨੂੰ ਘਰੋਂ ਹੀ ਨਹੀਂ ਨਿਕਲਣ ਦਿੱਤਾ ਗਿਆ। ਤੇ ਉਸ ਦਰਮਿਆਨ ਸਾਡੇ ਸਿੱਖਾਂ ਨੂੰ ਚਾਹੀਦਾ ਸੀਗਾ ਕਿ ਕੋਈ ਗੁਰਮਤਿ ਦੇ ਪ੍ਰੋਗਰਾਮ ਚਲਾਉਂਦੇ, ਲੇਕਿਨ ਸੋਸ਼ਲ ਮੀਡੀਆ ਤੇ ਪ੍ਰੋਗਰਾਮ ਚਲਾਏ ਗਏ ਜੀ ਕੁਝ ਇਹੋ ਜਿਹੇ ਕਿ ਤੁਸੀਂ ਸੁਨੱਖੀ ਪੰਜਾਬਣ ਬਣ ਕੇ ਕੋਈ ਗਿੱਧਾ, ਕੋਈ ਭੰਗੜਾ, ਕੋਈ ਆਪਣੇ ਉਹ ਤੁਸੀਂ ਪੁਰਾਣੇ ਗਾਣਿਆਂ ਤੇ ਡਾਂਸ ਕਰਕੇ ਦਿਖਾਓ ਜੀ, ਤੇ ਤੁਸੀਂ ਉਹਦੇ ਵਿੱਚ ਆਪਣੇ ਪਹਿਰਾਵੇ ਪਾ ਕੇ ਦਿਖਾਓ ਜੀ। ਗੁਰਮਤਿ ਦਾ ਪ੍ਰੋਗਰਾਮ ਨਹੀਂ ਚਲਾਇਆ ਗਿਆ, ਜਦਕਿ ਸਾਡੇ ਕੋਲ ਇੱਕ ਪੂਰੇ ਵਰਲਡ ਵਿੱਚ ਐਸਾ ਮੌਕਾ ਸੀਗਾ। ਅਸੀਂ ਬਹੁਤ ਸੋਹਣਾ ਟਾਈਮ ਸੀਗਾ। ਹਰ ਕੋਈ ਵਿਹਲਾ ਦੇਖ ਵੀ ਸਕਦਾ ਸੀਗਾ ਤੇ ਸਮਝ ਵੀ ਸਕਦਾ ਸੀਗਾ ਤੇ ਪ੍ਰੋਫਾਮ ਵੀ ਕਰ ਸਕਦਾ ਸੀ, ਆਪਣੇ ਗੁਰਮਤਿ ਦਾ ਬਾਣੀ ਦਾ ਪ੍ਰਚਾਰ ਵੀ ਹੋ ਸਕਦਾ ਸੀ। ਮੇਰੇ ਮਿੱਤਰ ਹੈਗੇ ਨੇ ਇੱਥੇ ਫਿਲਾਡੈਲਫੀਆ 'ਚ ਹੀ ਹੈਗੇ ਨੇ, ਉਹ ਬੱਚੇ ਉਹਨਾਂ ਦੇ ਉੱਥੇ ਜੰਮੇ ਪਲੇ ਨੇ ਅਮਰੀਕਾ 'ਚ। ਆਪ ਅੰਮ੍ਰਿਤਸਰ ਦੇ ਜੰਮਪਲ ਹੈਗੇ ਨੇ ਤੇ ਬੜੀ ਠੇਠ ਪੰਜਾਬੀ ਬੋਲਦੇ ਨੇ, ਲੇਕਿਨ ਬੱਚੇ ਅਮਰੀਕਾ ਜੰਮਪਲ ਨਹੀਂ ਦੱਸਦੇ, ਗੁਰਮੁਖੀ ਨਹੀਂ ਪੜ੍ਹ ਸਕਦੇ। ਪੰਜਾਬੀ ਬੋਲ ਲੈਂਦੇ ਨੇ ਲੇਕਿਨ ਗੁਰਮੁਖੀ ਲਿਪੀ ਪੜ੍ਹਨਾ ਉਹਨਾਂ ਸੇ ਔਖਾ ਹੈ। ਉਹਨਾਂ ਨੇ ਇਸ ਲਾਕਡਾਊਨ ਦਰਮਿਆਨ, ਉਹ ਵੀਰ ਜੀ ਘਰ ਸਨ ਤੇ ਉਹਨਾਂ ਨੇ ਭੈਣ ਜੀ ਔਰ ਵੀਰ ਜੀ ਉਹਨਾਂ ਨੇ ਆਪਣੇ ਬੱਚਿਆਂ ਨੂੰ, ਛੋਟੇ ਛੋਟੇ ਬੱਚੇ ਨੇ ਉਹਨਾਂ ਦੇ, ਵੱਡੀ ਬਿਟੀ ਉਹਨਾਂ ਦੀ 10 ਸਾਲ ਦੀ, ਬੇਟਾ ਉਸ ਤੋਂ ਛੋਟਾ ਤੇ ਸਭ ਤੋਂ ਛੋਟੀ ਬਿਟੀ ਹਾਲੇ ਜਿਹੜੀ ਉਹ ਮਤਲਬ ਮਸੇ ਬੋਲਣਾ ਸਿੱਖੀ ਹੈ। ਉਹਨਾਂ ਨੇ ਘਰ ਬੈਠ ਕੇ ਆਪਣੇ ਬੱਚਿਆਂ ਨੂੰ ਅਮਰੀਕਾ ਵਿੱਚ ਫਿਲਾਡੈਲਫੀਆ ਵਿੱਚ ਉਹਨਾਂ ਨੇ ਗੁਰਮੁਖੀ ਸਿਖਾਈ ਹੈ। ਤੇ ਇਹੀ ਕੰਮ ਪੰਜਾਬ ਵਿੱਚ, ਇੰਡੀਆ ਵਿੱਚ, ਦਿੱਲੀ ਵਿੱਚ, ਹੋਰ ਥਾਵਾਂ ਤੇ ਵੀ ਤਾਂ ਹੋ ਸਕਦੇ ਨਾ। ਬਿਲਕੁਲ ਆਪਣੀ ਸਾਡੀ ਅੰਦਰੋਂ ਇੱਛਾ ਹੋਣੀ ਚਾਹੀਦੀ ਹੈ ਕਰਨ ਦੀ। ਬਿਲਕੁਲ। ਹਾਂਜੀ ਵੀਰ ਜੀ, ਮੈਨੂੰ ਥੋੜਾ ਜਿਹਾ ਸਾਨੂੰ ਰੋਸ਼ਨੀ ਪਾਓ ਇਹਨਾਂ ਅੱਜ ਦੀ ਜੋ ਔਰਤ ਹੈ ਉਹ ਨੰਗੇਜ ਨੂੰ ਫੈਸ਼ਨ ਸਮਝ ਕੇ ਆਪਣੇ ਆਪ ਨੂੰ ਮਾਡਰਨ ਕਹਿਲਾਉਂਦੀ ਵੀ ਹੈ, ਤੇ ਤੁਸੀਂ ਵੀ ਆਪਣੇ ਵਿਚਾਰ ਦਿਓ। ਮੈਂ ਇੱਥੇ ਪਹਿਲੀ ਗੱਲ ਹੀ ਕਹਾਂਗਾ ਵੀ ਇਹ ਨੰਬਰ 1 ਕੁਦਰਤ ਨੇ। ਤੁਸੀਂ ਬਾਕੀਆਂ 'ਚ ਵੀ ਦੇਖੋਗੇ ਜਿਵੇਂ ਸ਼ੇਰ ਤੇ ਸ਼ੇਰਨੀ ਹੈ ਜਾਂ ਹੋਰ ਨਰ ਮਾਦਾ ਹੈ, ਉਹਦੇ ਵਿੱਚ ਕੁਦਰਤ ਨੇ ਜਿਹੜਾ ਸਟਰਕਚਰ ਘੜਿਆ ਇਸਤਰੀ ਦਾ, ਉਹ ਇਸ ਢੰਗ ਦਾ ਘੜਿਆ ਹੈ, ਉਹ ਇੱਕ ਵੱਖਰੀ ਕਿਸਮ ਦਾ ਹੈ ਤੇ ਪੁਰਸ਼ ਦਾ ਇੱਕ ਵੱਖਰੀ ਕਿਸਮ ਦਾ। ਅਜੋਕੇ ਸਮਾਜ ਵਿੱਚ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ, ਮਨੁੱਖ ਜਿਹੜਾ ਉਹ ਕਿਸੇ ਹੱਦ ਤੱਕ ਵਸਤਰ ਵਿਹੀਨਤਾ ਦੇ ਵਿੱਚ ਵਿਚਰ ਸਕਦਾ ਹੈ, ਜਿਵੇਂ ਉਹ ਕਸ਼ਹਿਰਾ ਪਾ ਕੇ ਵਿਚਰਦਾ ਹੈ। ਉਹ ਆਪਣੇ ਸਿੰਪਲ ਸਾਦੇ ਕੱਪੜੇ ਪਾ ਕੇ ਵਿਚਰ ਲੈਂਦਾ ਹੈ, ਪਰ ਉਹਦੀ ਸਰੀਰਕ ਬਣਤਰ ਇਸ ਤਰ੍ਹਾਂ ਦੀ ਆ, ਆਪਾਂ ਸਾਰੇ ਸਮਝਦੇ ਇਸ ਗੱਲ ਨੂੰ। ਹੁਣ ਜਿਹੜੀ ਧੀ ਬੱਚੀ ਦੀ ਸਰੀਰਕ ਬਣਤਰ ਹੈ, ਉਹਨੂੰ ਕੁਦਰਤ ਨੇ ਇਸ ਤਰ੍ਹਾਂ ਦਾ ਦਿੱਤਾ ਹੈ ਕਿਉਂਕਿ ਉਹਨੂੰ ਮਾਣ ਕਰਨਾ ਚਾਹੀਦਾ ਹੈ। ਮਨੁੱਖ ਸਿਰਜਣਾ ਨਹੀਂ ਕਰਦਾ, ਸਿਰਜਣਾ ਇਸਤਰੀ ਕਰਦੀ ਹੈ। ਉਹਦੇ ਲਈ ਕੁਦਰਤ ਨੇ ਉਹਨੂੰ ਇੱਕ ਕੋਮਲਤਾ ਬਖਸ਼ਿਸ਼ ਕੀਤੀ ਹੈ, ਉਹਨੂੰ ਧੀਰਜ ਬਖਸ਼ਿਸ਼ ਕੀਤਾ ਹੈ। ਉਹਦੀ ਕੁੱਖ ਵਿੱਚ ਰੱਬ ਨੇ ਆਪਣਾ ਮਹਿਮਾਨ ਭੇਜਣਾ ਹੈ। ਕਦੇ ਬੰਦੇ ਦੀ ਕੁੱਖ ਵਿੱਚ ਰੱਬ ਨੇ ਆਪਣਾ ਮਹਿਮਾਨ ਨਹੀਂ ਭੇਜਿਆ। ਆਪਣਾ ਖਜ਼ਾਨਾ ਰੱਬ ਇਸਤਰੀ ਕੋਲ ਭੇਜਦਾ ਹੈ। ਆਪਣਾ ਆਉਣ ਵਾਲਾ ਕੁਦਰਤ ਦਾ ਮਹਿਮਾਨ ਰੱਬ ਉਸ ਇਸਤਰੀ ਦੇ ਕੋਲ ਭੇਜਦਾ ਹੈ। ਫਿਰ ਇਸਤਰੀ ਨੂੰ ਮਾਣ ਹੋਣਾ ਚਾਹੀਦਾ ਹੈ ਵੀ ਜੇ ਮੈਨੂੰ ਕੁਦਰਤ ਦੀ ਸਾਜਨਾ ਵਾਸਤੇ ਚੁਣਿਆ ਤਾਂ ਫਿਰ ਮੇਰਾ ਵੀ ਫਰਜ਼ ਬਣਦਾ ਹੈ ਵੀ ਮੈਂ ਆਪਣੇ ਆਪ ਨੂੰ ਉਸ ਕੁਦਰਤ ਵਿੱਚੋਂ ਉਸ ਰੂਪ 'ਚ ਹੀ ਵਿਚਰਾਂ ਜਿਹਦੇ ਨਾਲ ਦੇਖ ਕੇ ਸਮਾਜ ਜਿਹੜਾ ਮੈਨੂੰ ਉਸ ਤਰ੍ਹਾਂ ਦਾ ਸਨਮਾਨ ਦੇਵੇ। ਜੇ ਮੈਂ ਧੀ ਰੂਪ 'ਚ ਵਿਚਰਾਂ ਤਾਂ ਹਰ ਇੱਕ ਨੂੰ ਪ੍ਰਤੀਤ ਹੋਵੇ ਵੀ ਮੇਰੀ ਧੀ ਹੈ, ਕੋਈ ਮਾਣ ਮਹਿਸੂਸ ਕਰੇ ਉਸ ਗੱਲ ਨੂੰ, ਚੋਰੀ ਅੱਖ ਨਾਲ ਨਾ ਵੇਖੇ। ਅੱਜ ਸਾਡੇ ਸਮਾਜਿਕ, ਮੈਂ ਇਸ ਗੱਲ ਨੂੰ ਮੰਨਦਾ ਹੈ, ਸਾਡੇ ਸਮਾਜਿਕ ਰਿਸ਼ਤੇ ਵੀ ਜਿਹੜੇ ਨੇ ਉਹ ਪਿਓ ਪੁੱਤ ਵਾਲੇ, ਜਿਹੜੇ ਪਿਓ ਧੀ ਵਾਲੇ ਰਿਸ਼ਤੇ ਤੱਕ ਸਾਡੇ ਬਦਨਾਮ ਹੋ ਗਏ ਨੇ। ਉਹ ਇੰਨੇ ਕਿਉਂ ਬਦਨਾਮ ਹੋਏ? ਕਿਉਂਕਿ ਮਨੁੱਖ ਜਿਹੜਾ, ਮੈਂ ਮੰਨਦਾ ਹੈ ਅੱਜ ਇਹ ਗੱਲ ਦਿੱਤੀ ਜਾਂਦੀ ਹੈ ਬਈ ਜੀ 10 ਸਾਲ ਦੀ ਬੱਚੀ ਨੇ ਕੀ ਹਾਰ ਸ਼ਿੰਗਾਰ ਕੀਤਾ ਹੋਏਗਾ, 4 ਸਾਲ ਦੀ ਬੱਚੀ ਨੇ ਕੀ ਹਾਰ ਸ਼ਿੰਗਾਰ ਕੀਤਾ ਹੋਏਗਾ, ਉਹਨਾਂ ਦੇ ਵੀ ਬਲਾਤਕਾਰ ਹੋਏ ਆ। ਮੈਂ ਮੰਨਦਾ ਉਹ ਅੱਗ ਕਿਸੇ ਹੋਰ ਪਾਸੇ ਦੀ ਲਾਈ ਹੋਈ ਸੀ ਤੇ ਅੱਗ ਲੱਗ ਕਿਸੇ ਹੋਰ ਪਾਸੇ ਗਈ ਹੈ, ਪਰ ਉਹ ਜੀਵਨ ਜਿਹੜਾ ਭਟਕਿਆ ਹੋਇਆ ਸੀ, ਉਹਦੇ ਭਟਕਣ ਦਾ ਵੀ ਕੋਈ ਨਾ ਕੋਈ ਕਾਰਨ ਬਣਿਆ ਹੋਇਆ ਸੀ ਤੇ ਉਹ ਉੱਥੇ ਜਾ ਕੇ ਉਹ
ਲੱਕੜਾਂ ਦੀ ਅੱਗ ਨਿਕਲ ਗਈ। ਜਿੱਥੇ ਉਹ ਚਾਹੁੰਦਾ ਸੀ ਵੀ ਇਹਨੂੰ ਮੈਂ ਹੜਪ ਸਕਦਾ ਤੇ ਉਹਦੇ ਉੱਤੇ ਮੇਰਾ ਜ਼ੋਰ ਨਹੀਂ ਚੱਲ ਸਕਦਾ, ਉਹ ਅੱਗ ਸਮਾਜ ਵਿੱਚ ਕਿਤੇ ਨਾ ਕਿਤੇ ਲਾਈ ਜਾਂਦੀ ਹੈ। ਮੈਂ ਬਾਰ-ਬਾਰ ਬੇਨਤੀ ਕਰਨਾ, ਮੈਂ ਆਪ ਖੁਦ ਧੀਆਂ ਵਾਲਾ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਮੈਂ ਕਿਸੇ ਨੂੰ ਗਲਤ ਠਹਿਰਾ ਰਿਹਾ, ਪਰ ਕੁਝ ਇੱਕ ਇਹੋ ਜਿਹੀਆਂ ਅੱਜ ਸਾਡੇ ਜੀਵਨ ਵਿੱਚ, ਮੈਂ ਪਾਬੰਦੀਆਂ ਵੀ ਨਹੀਂ ਕਹਿ ਸਕਦਾ, ਇਹ ਬਣਤਰ ਇਸ ਤਰ੍ਹਾਂ ਦੀ ਹੈ, ਉਹਨੂੰ ਇਸ ਤਰ੍ਹਾਂ ਦਾ ਲੈ ਕੇ ਹੀ ਤੁਰਨਾ ਚਾਹੀਦਾ। ਉਹਦੇ ਵਿੱਚ ਹੀ ਸਾਡੇ ਸਮਾਜ ਦਾ ਭਲਾ ਹੋ ਸਕਦਾ। ਇਹ ਕੋਈ ਜ਼ਰੂਰੀ ਨਹੀਂ ਹੈ, ਐਸੇ ਵੀ ਫੈਸ਼ਨ, ਐਸੇ ਵੀ ਸ਼ਿੰਗਾਰ ਕੀਤੇ ਜਾ ਸਕਦੇ ਹੈ ਜਿਹੜੇ ਸਾਨੂੰ ਕਿਸੇ ਹੱਦ ਤੱਕ ਉਸ ਰੂਪ 'ਚ ਰੱਖ ਕੇ ਵੀ ਰੂਪ ਨਿਖਾਰਿਆ ਜਾ ਸਕਦਾ। ਅੱਜ ਬਹੁਤ ਵੱਡੀ ਲੋੜ ਹੈ, ਪਰ ਜੇ ਤੁਸੀਂ ਸੋਚੋ ਵੀ ਨਿਰੇ ਵਿਸ਼ੇ ਵਿਕਾਰਾਂ ਦੀ ਭਟਕਣਾ ਨੂੰ ਬਣਾ ਕੇ ਹੀ ਅਸੀਂ ਉਹਨੂੰ ਸ਼ਿੰਗਾਰ ਦਾ ਨਾਂ ਦੇ ਸਕਦੇ, ਇਹ ਸਾਡੇ ਮਨ ਦੀ ਬੜੀ ਵੱਡੀ ਭੁੱਲ ਹੈ। ਇਸੇ ਲਈ ਅੱਜ ਬਹੁਤ ਵੱਡੀ ਮੰਗ ਕਰ ਰਿਹਾ ਸਮਾਜ ਵੀ ਆਪਾਂ ਇਸਤਰੀ ਨੂੰ ਵੀ ਆਪਣੇ ਫਰਜ਼ਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ, ਪੁਰਸ਼ ਨੂੰ ਵੀ ਆਪਣੇ ਫਰਜ਼ਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ। ਜੇ ਇਸਤਰੀ ਇਸ ਰੂਪ 'ਚ ਆਈ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਵੀ ਇਹ ਦੱਸਿਆ ਸੀ ਸਾਨੂੰ ਵੀ ਇਹਦਾ ਮਤਲਬ ਇਹ ਨਹੀਂ ਵੀ ਇਸਤਰੀ ਇਸ ਰੂਪ 'ਚ ਆ ਜਾਏ ਤੇ ਅਸੀਂ ਵਿਕਾਰੀ ਹੋ ਜਾਈਏ। ਸਾਡਾ ਫਰਜ਼ ਕੀ ਬਣਦਾ? ਗੁਰੂ ਨਾਨਕ ਸਾਹਿਬ ਜੀ ਸੰਗਲਾਦੀਪ ਦੀ ਧਰਤੀ ਤੇ ਗਏ, ਉੱਥੇ ਇੱਕ ਪਹਿਲਾਂ ਵਪਾਰੀ ਭਾਈ ਮਨਸੁਖ ਗਿਆ ਸੀ। ਮਨਸੁਖ ਗਿਆ ਤੇ ਮਨਸੁਖ ਦੇ ਜੀਵਨ ਵੱਲ ਵੇਖ ਕੇ ਰਾਜਾ ਬੜਾ ਪ੍ਰਭਾਵਿਤ ਹੋਇਆ, ਉਹ ਵੀ ਇਸ ਪਾਸੇ ਆ ਗਿਆ ਤੇ ਉਹਨੇ ਸਿੱਖੀ ਧਾਰਨ ਕਰਨ ਦੀ ਲਾਲਸਾ ਪ੍ਰਗਟ ਕੀਤੀ। ਭਾਈ ਮਨਸੁਖ ਨੇ ਆਖਿਆ ਵੀ ਤੈਨੂੰ ਕੁਝ ਕੰਮਕਾਰ ਛੱਡ ਕੇ ਆਸੇ ਪਾਸੇ ਜਾਣ ਦੀ ਲੋੜ ਨਹੀਂ, ਉਡੀਕ ਕਰ, ਕਿਸੇ ਵੇਲੇ ਗੁਰੂ ਨਾਨਕ ਸਾਹਿਬ ਜੀ ਤੇਰੇ ਕੋਲ ਆ ਜਾਣਗੇ। ਉਹਦੇ ਮਨ ਵਿੱਚ ਗੱਲ ਬੜੀ ਵਧੀਆ ਲੱਗੀ। ਹੁਣ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਸ਼ਿਵਨਾਭ ਰਾਜਾ ਗੁਰੂ ਨਾਨਕ ਸਾਹਿਬ ਦੀ ਉਡੀਕ ਕਰ ਰਿਹਾ ਤੇ ਕਈ ਲੋਕ ਗੁਰੂ ਨਾਨਕ ਸਾਹਿਬ ਬਣ ਕੇ ਚਲੇ ਗਏ, ਮੈਂ ਗੁਰੂ ਨਾਨਕ ਹੈ, ਮੈਂ ਗੁਰੂ ਨਾਨਕ ਹੈ। ਉਹਨੇ ਆਖਿਆ ਗੁਰੂ ਨਾਨਕ ਤਾਂ ਇੱਕ ਹੈ, ਇੰਨੇ ਕਿਵੇਂ ਹੋ ਸਕਦੇ? ਉਹਨੇ ਪ੍ਰੀਖਿਆ ਲੈਣ ਲਈ, ਇੱਕ ਮਨੁੱਖ ਦੀ ਬਹੁਤ ਵੱਡੀ ਕਮਜ਼ੋਰੀ ਰਹੀ ਹੈ, ਉਹਨੇ ਪ੍ਰੀਖਿਆ ਲੈਣ ਲਈ ਇੱਕ ਉਪਰਾਲਾ ਕੀਤਾ। ਉਹਨੇ ਛੋਟੇ ਕੱਪੜੇ ਪਾ ਕੇ ਤੇ ਇੱਕ ਡਾਂਸ ਕਰਨ ਦੇ ਰੂਪ ਵਿੱਚ ਕੁਝ ਇਹੋ ਜਿਹੀਆਂ ਲੜਕੀਆਂ ਜਿਹੜੀਆਂ ਸਾਫ ਸੁੰਦਰ ਇਸਤਰੀਆਂ ਹੁੰਦੀਆਂ ਸੀ, ਉਹਨਾਂ ਨੂੰ ਭੇਜ ਦੇਣਾ। ਤੇ ਕੋਈ ਜਿਹੜਾ ਗੁਰੂ ਨਾਨਕ ਬਣ ਕੇ ਆਇਆ ਹੁੰਦਾ ਸੀ, ਉਹ ਕੋਈ ਘੰਟਾ, ਕੋਈ 2 ਘੰਟੇ, ਕੋਈ 3 ਘੰਟੇ ਵੱਧ ਵੱਧ ਉਹਨਾਂ ਚਿਰ ਤੱਕ ਆਪਣੇ ਆਪ ਨੂੰ ਸੰਭਾਲ ਪਾਉਂਦਾ ਸੀ, ਪਰ ਆਖਰ ਉਹਨਾਂ ਦੇ ਹਾਵ ਭਾਵ ਵੇਖ ਕੇ ਉਹ ਡੋਲ ਜਾਂਦਾ ਸੀ। ਜਦੋਂ ਡੋਲ ਜਾਂਦਾ ਸੀ ਤਾਂ ਉਹ ਫਿਰ ਪਤਾ ਲੱਗ ਜਾਂਦਾ ਸੀ ਵੀ ਇਹ ਗੁਰੂ ਨਾਨਕ ਸਾਹਿਬ ਨਹੀਂ ਹੋ ਸਕਦਾ। ਉਹ ਤੇ ਬਹੁਤ ਸਨਮਾਨ ਦਿੰਦੇ ਇਸਤਰੀ ਜਾਤੀ ਨੂੰ। ਆਖਰ ਇੱਕ ਵਕਤ ਆਇਆ, ਗੁਰੂ ਨਾਨਕ ਸਾਹਿਬ ਵੀ ਆ ਗਏ। ਰਾਜੇ ਨੇ ਫਿਰ ਉਹੀ ਪ੍ਰੀਖਿਆ ਵਿੱਚ ਪਾਇਆ ਤੇ ਉਹਨੇ ਉਸ ਤਰ੍ਹਾਂ ਦੀਆਂ ਰੂਪ ਰੰਗ ਵਾਲੀਆਂ ਇਸਤਰੀਆਂ, ਧੀਆਂ, ਬੱਚੀਆਂ ਬੁਲਾਈਆਂ ਤੇ ਉਹਨਾਂ ਦੇ ਬਹੁਤ ਛੋਟੇ ਕੱਪੜੇ ਪਾ ਕੇ, ਇਹੋ ਜਿਹੇ ਹਾਵ ਭਾਵ ਵਿੱਚ ਉਹਨਾਂ ਦੇ ਸਾਹਮਣੇ ਜਾ ਕੇ ਜਦੋਂ ਉਹ ਬੱਚੀਆਂ ਨੱਚਣ ਲੱਗੀਆਂ ਤੇ ਦੇਖੋ ਹੁਣ ਤੁਸੀਂ ਸੋਚ ਕੇ, ਗੁਰੂ ਨਾਨਕ ਸਾਹਿਬ ਜੀ ਨੇ ਉਦੋਂ ਆਵਾਜ਼ ਮਾਰੀ, ਕਹਿਣ ਲੱਗੇ ਗਾਛੋ ਪੁੱਤਰੀ ਰਾਜਕੁਮਾਰ ਧੀਏ ਬੱਚੀਏ, ਜਾਵੋ ਆਪਣਾ ਜਨਮ ਸਵਾਰੋ, ਦੂਜਿਆਂ ਦਾ ਵੀ, ਦੁਨੀਆ ਦਾ, ਲੋਕਾਂ ਦਾ ਵੀ ਧਰਮ ਨਾ ਵਿਗਾੜੋ, ਆਓ ਮੇਰੇ ਕੋਲ ਧੀਓ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤੁਹਾਨੂੰ ਕੀ ਕਰਨਾ ਚਾਹੀਦਾ। ਯਾਦ ਰੱਖਿਓ, ਜੇ ਅੱਜ ਵੀ ਅਸੀਂ ਕਹਿਣ ਨੂੰ ਤਾਂ ਕਹਿ ਦਿੰਦੇ, ਕਈ ਲੋਕ ਸੋਚਦੇ ਨੇ ਜਿਵੇਂ ਜੀ ਹੋਰਾਂ ਨੇ ਗੱਲ ਕੀਤੀ ਹੈ। ਅੱਜ ਵੀ ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਪਰਮਿੰਦਰ ਸਿੰਘ ਜੀ ਹੋਰਾਂ ਦੀ ਗੱਲ ਬੜੀ ਵੱਡੀ ਕਮਾਲ ਦੀ ਸੀ, ਭਈ ਅਸੀਂ ਡਾਂਸਰਾਂ ਨੂੰ ਨੱਚਦੀਆਂ ਤਾਂ ਵੇਖ ਸਕਨੇ ਹਾਂ, ਪਰ ਕਦੇ ਕਿਸੇ ਨੇ ਇਹ ਕੀਤਾ ਭਈ ਮੈਂ ਉਹਨੂੰ ਡਾਂਸਰ ਨਾ ਬਣਨ ਦਿਆਂ, ਉਹ ਵੀ ਮੇਰੀ ਧੀ ਵਰਗੀ ਹੈ। ਮੈਂ ਜਦੋਂ ਉੱਥੇ 100 ਦੇ ਨੋਟ ਵਾਰਦਾ, ਉਹੀ 100 ਦਾ ਨੋਟ ਕਿਤੇ ਉਹਦੀ ਫੀਸ ਦਿੱਤੀ ਹੁੰਦੀ ਤੇ ਅੱਜ ਉਹ ਪਤਾ ਨਹੀਂ ਕਿੱਥੇ ਪਹੁੰਚਦੀ ਹੁੰਦੀ। ਇਹ ਛੱਡ ਕੇ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ, ਬਹੁਤ ਧਿਆਨ ਨਾਲ ਸੁਣਨ ਵਾਲੀ ਹੈ। ਇੱਕ ਬੀਬੀ ਰੋਜ਼, ਅਮੀਰ ਬੀਬੀ, ਉਹ ਕਿਸੇ ਮੰਦਿਰ ਵਿੱਚ ਮੱਥਾ, ਜਾਂ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੀ ਹੈ ਤੇ ਉਹਨੂੰ ਇੱਕ ਨੌਜਵਾਨ ਬੱਚੀ, ਉਹ ਵੀ ਮੰਦਿਰ 'ਚ ਮੱਥਾ ਟੇਕਣ ਜਾਂਦੀ ਹੈ, ਉਹਨੂੰ ਰੋਜ਼ ਮਿਲਦੀ ਹੈ। ਤੇ ਅਚਾਨਕ ਕੀ ਹੋਇਆ, ਉਹ ਜਿਹੜੀ ਬੀਬੀ ਹੈ, ਅਮੀਰ ਬੀਬੀ, ਉਹਦੇ ਗਲ 'ਚ ਬੜੇ ਕੀਮਤੀ ਗਹਿਣੇ ਹਾਰ ਪਾਏ ਹੁੰਦੇ ਨੇ। ਜਦੋਂ ਮੱਥਾ ਟੇਕ ਕੇ ਵਾਪਸ ਪਰਤਦੀ ਹੈ, ਇੱਕ ਦਿਨ ਕੋਈ ਲੁਟੇਰਾ ਉਹਦੇ ਗਲ ਵਿੱਚੋਂ ਚੇਨੀ ਜਾਂ ਹਾਰ ਖਿੱਚ ਕੇ ਲੈ ਜਾਂਦਾ। ਜਦੋਂ ਤੜਫਦੀ ਆ, ਭੱਜਦੀ ਹੈ ਵੀ ਮੇਰੇ ਪਤੀ ਦੀ ਨਿਸ਼ਾਨੀ ਹੈ ਤੇ ਇਹ ਤੂੰ ਨਾ ਲੈ ਕੇ ਜਾ, ਉਹ ਬੱਚੀ ਨੌਜਵਾਨ ਵੀ ਮੱਥਾ ਟੇਕ ਕੇ ਆਈ ਹੁੰਦੀ, ਉਹਨੂੰ ਕਹਿੰਦੀ ਵੀ ਬੀਬੀ ਜੀ ਤੁਸੀਂ ਕੋਈ ਫਿਕਰ ਨਾ ਕਰੋ, ਤੁਸੀਂ ਜਾਓ, ਤੁਸੀਂ ਜਾਓ, ਕੋਈ ਇਹੋ ਜਿਹੀ ਗੱਲ ਨਹੀਂ, ਤੁਸੀਂ ਇੱਕ ਕਿਰਪਾ ਕਰਿਓ, ਪਰਸੋਂ ਨੂੰ ਆ ਜਿਓ,
ਇਹ ਹਾਰ ਲੈਣ ਵਾਸਤੇ ਫਲਾਣੇ ਥਾਣੇ 'ਚ ਆ ਮੇਰਾ ਐਡਰੈਸ ਹੈ, ਤੁਸੀਂ ਉੱਥੇ ਆ ਜਾਓ। ਉਹ ਬੜੀ ਹੈਰਾਨ ਹੁੰਦੀ, ਉਹ ਕਹਿਣ ਲੱਗੀ ਬਸ ਤੁਸੀਂ ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਤਰਫ ਦੀ ਵੇਖ ਨਹੀਂ ਸਕਦੀ, ਪਰ ਇਹੋ ਹੀ ਹਾਰ ਤੁਹਾਨੂੰ ਪਰਸੋਂ ਨੂੰ ਮਿਲ ਜਾਏਗਾ ਫਲਾਣੇ ਥਾਣੇ 'ਚ। ਉਹ ਹੁਣ ਹੋਰ ਤਾਂ ਕੁਛ ਨਹੀਂ ਕਰ ਸਕਦੀ, ਉਹ ਵਿਸ਼ਵਾਸ ਕਰਦੀ ਹੈ। ਤੇ ਉਹ ਤੀਜੇ ਦਿਨ ਉਹ ਹਾਰ ਕਹਿ ਲਓ ਜਾਂ ਚੈਨੀ ਕਹਿ ਲਓ, ਕੋਈ ਇੱਕ ਸ਼ਬਦ ਸਮਝਣ ਵਾਸਤੇ ਉਹ ਥਾਣੇ ਲੈਣ ਜਾਂਦਾ। ਤੇ ਉਹ ਨੌਜਵਾਨ ਬੱਚੀ ਉਹਦੇ ਅੱਗੇ ਕਈ ਰੱਖ ਦਿੰਦੀ ਹੈ ਉਹ ਚੈਨੀਆਂ, ਭਈ ਇਹਦੇ ਵਿੱਚੋਂ ਤੁਸੀਂ ਛਾਂਟੋ, ਤੁਹਾਡੀ ਕਿਹੜੀ ਪਹਿਚਾਣੋ ਕਿਹੜੀ ਹੈ। ਉਹ ਪਹਿਚਾਣ ਲੈਂਦੀ ਵੀ ਆਹ ਹੈ, ਮੇਰੇ ਪਤੀ ਨੇ ਮੈਨੂੰ ਇਹ ਦਿੱਤੀ ਸੀ, ਮੇਰਾ ਪਤੀ ਹੁਣ ਹੈ ਨਹੀਂ। ਉਹ ਕਹਿੰਦੀ ਵੀ ਠੀਕ ਹੈ। ਉਹ ਜਦੋਂ ਚੁੱਕਦੀ ਹੈ, ਕਹਿਣ ਲੱਗੀ ਇੱਕ ਸ਼ਰਤ ਤੇ ਤੁਹਾਨੂੰ ਮਿਲ ਸਕਦੀ ਹੈ। ਉਹ ਕਹਿਣ ਲੱਗੇ ਕਿਹੜੀ? ਕਹਿਣ ਲੱਗੇ ਸ਼ਰਤ ਇਹ ਹੈ ਵੀ ਇਹ ਚੈਨੀ ਮੈਂ ਪਹਿਨਾਵਾਂਗੀ। ਉਹ ਅਮੀਰ ਕਹਿਣ ਲੱਗੀ ਵੀ ਕੋਈ ਗੱਲ ਨਹੀਂ, ਇਹ ਤਾਂ ਕੋਈ ਬਹੁਤੀ ਵੱਡੀ ਸ਼ਰਤ ਨਹੀਂ ਹੈ। ਉਹ ਕਹਿੰਦੀ ਠੀਕ ਹੈ। ਜਦੋਂ ਉਹ ਚੈਨੀ ਚੁੱਕ ਕੇ ਉਹਦੇ ਗਲ 'ਚ ਪਹਿਨਾਉਣ ਲੱਗਦੀ ਹੈ, ਤੇ ਹੈਰਾਨੀ ਦੀ ਗੱਲ ਇਹ ਆ, ਉਹ ਬੱਚੀ ਨੇ ਬੜਾ ਸੰਭਾਲਿਆ ਆਪਣੇ ਆਪ ਨੂੰ, ਬੜਾ ਸੰਭਾਲਿਆ, ਨਹੀਂ ਸੰਭਾਲ ਪਾਈ। ਉਹਦੀਆਂ ਸਿਸਕੀਆਂ, ਉਹਦੇ ਰੋਣੇ, ਉਹਦੇ ਹੌਂਕੇ ਭਰੇ ਹੋਏ ਉਸ ਬੀਬੀ ਨੂੰ ਸੁਣ ਗਏ। ਉਹਨੇ ਮੂੰਹ 'ਚ ਕਹਿੰਦੀ ਧੀਏ, ਤੇਰੇ ਵਰਗੀ ਧੀ ਉੱਤੇ ਤਾਂ ਕੋਈ ਵੀ ਮਾਣ ਕਰ ਸਕਦਾ, ਤੂੰ ਇੰਨੀਆਂ ਅੱਖਾਂ ਕਿਉਂ ਭਰੀਆਂ? ਹਾਰ ਤਾਂ ਮੇਰਾ ਗੁਆਚਿਆ ਸੀ, ਲੱਭ ਕੇ ਦਿੱਤਾ, ਪਿਆਰ ਕਰਨੀ ਹੈ, ਪਰ ਤੂੰ ਇੰਨਾ ਕਿਉਂ ਅੱਜ ਘਾਬਰੀ? ਉਹ ਬੈਠ ਗਈ ਕੁਰਸੀ ਤੇ, ਖਲੋਤਾ ਨਾ ਗਿਆ। ਉਹਨੇ ਉਹਨੂੰ ਵੀ ਬਿਠਾਇਆ, ਅਮੀਰ ਬੀਬੀ ਨੂੰ। ਕੁਝ ਸਮਾਂ ਦਿਲ ਦਾ ਗੁਬਾਰ ਕੱਢਿਆ ਅੱਖਾਂ ਦੇ ਰਾਹੀਂ, ਬਹੁਤ ਰੱਜ ਕੇ ਰੋਈ। ਕਹਿਣ ਲੱਗੇ ਬੀਬੀ ਜੀ ਤੁਸੀਂ ਨਹੀਂ ਸਮਝਦੇ, ਤੁਸੀਂ ਮੈਨੂੰ ਨਹੀਂ ਪਹਿਚਾਣਿਆ। ਕਹਿਣ ਲੱਗੇ ਨਹੀਂ ਮੈਂ ਨਹੀਂ ਪਹਿਚਾਣਿਆ। ਕਹਿਣ ਲੱਗੀ ਬੀਬੀ ਜੀ ਮੈਂ ਉਹੀ ਹੈ ਜਿਹੜੀ ਆਪਣੀ ਮਾਂ ਦੇ ਨਾਲ, ਮੇਰੀ ਮਾਂ ਤੁਹਾਡੇ ਘਰ ਪੋਚਾ ਮਾਰਦੀ ਸੀ, ਮੇਰੀ ਮਾਂ ਤੁਹਾਡੇ ਭਾਂਡੇ ਸਾਫ਼ ਕਰਦੀ ਸੀ, ਮੇਰੀ ਮਾਂ ਤੁਹਾਡੇ ਕੱਪੜੇ ਧੋ ਕੇ ਆਇਆ ਕਰਦੀ ਸੀ, ਤੇ ਮੇਰੇ ਕੋਲ ਮੈਂ ਆਪਣੀ ਮਾਂ ਦੇ ਨਾਲ ਖੇਡਣ ਜਾਇਆ ਕਰਦੀ ਸਾਂ। ਤੇ ਤੁਹਾਡੀ ਧੀ ਨੂੰ ਪੜ੍ਹਦਿਆਂ ਵੇਖ ਕੇ ਤੁਸੀਂ ਮੈਨੂੰ ਵੀ ਕੋਈ ਕਿਤਾਬਾਂ ਦੇ ਦਿੰਦੇ ਸੀ ਵੀ ਲੈ ਤੂੰ ਵੀ ਖੇਡ ਲੈ। ਬੀਬੀ ਜੀ ਮੈਂ ਉਹਨਾਂ ਕਿਤਾਬਾਂ 'ਚ ਪੜ੍ਹੀ ਹੈ, ਮੈਂ ਉਹਨਾਂ ਕਿਤਾਬਾਂ 'ਚੋਂ ਪੜ੍ਹੀ ਹੈ। ਉਹ ਕਹਿਣ ਲੱਗੀ, ਹੁਣ ਬੀਬੀ, ਅਮੀਰ ਬੀਬੀ ਰੋਣ ਲੱਗ ਪਈ। ਕਹਿਣ ਲੱਗੇ ਤੁਸੀਂ ਕਿਉਂ ਰੋਂਦੇ ਹੋ? ਕਹਿਣ ਲੱਗੀ ਧੀਏ ਮੈਨੂੰ ਨਹੀਂ ਸੀ ਪਤਾ ਮੇਰੀ ਧੀ ਗਵਾਚ ਗਈ, ਤੇ ਅੱਜ ਮੇਰੀ ਧੀ ਮੈਨੂੰ ਇਸ ਰੂਪ 'ਚ ਮਿਲਣੀ ਹੈ। ਜਿਹੜੀ ਮੇਰੀ ਧੀ ਸੀ ਮੈਂ ਉਹ ਪੜ੍ਹਾਈ, ਤੇ ਉਹ ਪੜ੍ਹੀ ਹੋਈ ਹੋਸਟਲ ਵਿੱਚ ਰਹਿਣ ਲੱਗ ਪਈ, ਨਸ਼ੇ ਖਾਣ ਲੱਗ ਪਈ, ਉਹ ਤਾਂ ਮਰ ਗਈ। ਉਹਦੇ ਦੁੱਖ 'ਚ ਮੇਰਾ ਪਤੀ ਵੀ ਮਰ ਗਿਆ, ਪਰ ਮੈਨੂੰ ਅੱਜ ਪਤਾ ਲੱਗਿਆ ਮੇਰੀ ਧੀ ਉਹ ਨਹੀਂ ਸੀ, ਮੇਰੀ ਧੀ ਤਾਂ ਤੂੰ ਹੈ, ਮੇਰੀ ਧੀ ਤੂੰ ਹੈ। ਕਹਿਣ ਲੱਗੇ ਬੀਬੀ ਜੀ ਮੈਂ ਬਾਅਦ ਵਿੱਚ ਵੀ ਤੁਹਾਡੇ ਕੋਲੋਂ ਕਿਤਾਬਾਂ ਲਿਜਾਂਦੀ ਰਹੀ, ਤੇ ਅੱਜ ਮੈਂ ਪੜ੍ਹ ਕੇ ਥਾਣੇ ਵਿੱਚ ਇੰਸਪੈਕਟਰ ਲੱਗੀ ਹੋਈ ਹੈ। ਤੇ ਉਹਨੇ ਕਿਹਾ ਵੀ ਮੈਂ ਅੱਜ ਮੇਰਾ ਜੀ ਕਰਦਾ ਮੈਂ ਇੰਸਪੈਕਟਰ ਬਣ ਗਈ, ਪਰ ਮੈਂ ਤੇਰੇ ਚਰਨ ਛੂਹਣ ਨੂੰ ਜੀ ਕਰਦਾ। ਉਹ ਕਹਿਣ ਲੱਗੀ ਠੀਕ ਹੈ, ਪਰ ਮੈਨੂੰ ਇਹ ਦੱਸ ਵੀ ਤੇਰੀ ਮਾਂ ਕਿੱਥੇ ਆ ਹੁਣ? ਕਹਿਣ ਲੱਗੀ ਦੁੱਖ ਤਾਂ ਹੀ ਸੀ, ਮੈਂ ਤੈਨੂੰ ਤਾਂ ਹੀ ਮੰਦਿਰ 'ਚ ਮਿਲਣ ਜਾਇਆ ਕਰਦੀ ਸੀ, ਦੂਰੋਂ ਦੂਰੋਂ ਤੈਨੂੰ ਦੇਖ ਲੈਂਦੀ ਸਾਂ। ਜਿਸ ਦਿਨ ਮੈਂ ਐਗਜ਼ਾਮ ਦਿੱਤਾ ਉਸ ਦਿਨ ਮੇਰੀ ਮਾਂ ਦਾ ਐਕਸੀਡੈਂਟ ਹੋ ਗਿਆ, ਮੇਰੀ ਮਾਂ ਚੜਾਈ ਕਰ ਗਈ। ਉਹ ਅੱਜ ਮੈਨੂੰ ਸੁੱਖ ਦਿਖਾਉਣਾ ਚਾਹੁੰਦੀ ਸੀ ਵੀ ਤੇਰੀ ਧੀ ਜਿਹੜੀ ਤੂੰ ਭਾਂਡੇ ਮਾਂਜ ਕੇ ਪਾਲੀ ਹੈ, ਤੇਰੀ ਧੀ ਜਿਹੜੀ ਤੂੰ ਲੋਕਾਂ ਦੇ ਕੱਪੜੇ ਧੋ ਕੇ ਪਾਲੀ ਹੈ, ਅੱਜ ਉਹ ਤਾਂ ਇੰਸਪੈਕਟਰ ਬਣ ਗਈ, ਪਰ ਅੱਜ ਦਿਖਾਉਣ ਜੋਗੀ ਮੇਰੇ ਕੋਲ ਮਾਂ ਨਹੀਂ। ਉਹ ਕਹਿਣ ਲੱਗੀ ਮੇਰੇ ਕੋਲ ਧੀ ਨਹੀਂ, ਤੇ ਅੱਜ ਆਪਣਾ ਦੋਨਾਂ ਦਾ ਰਿਸ਼ਤਾ ਜੁੜ ਗਿਆ। ਅੱਜ ਮੈਂ ਮਾਣ ਮਹਿਸੂਸ ਕਰ ਰਹੀ ਹਾਂ, ਮੇਰੀ ਧੀ ਉਹ ਨਹੀਂ ਸੀ, ਮੇਰੀ ਧੀ ਆਹ ਹੈ ਜਿਹੜੀ ਪਲ ਕੇ ਅੱਜ ਇੱਥੇ ਤੱਕ ਪਹੁੰਚ ਗਈ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਪਿਆਰ ਵਾਲਿਓ, ਜੇ ਧੀਏ ਕੁਝ ਬਣਨਾ ਹੈ ਤਾਂ ਕੱਪੜੇ ਉਤਾਰ ਕੇ ਨਾ ਬਣ, ਕੱਪੜੇ ਪਾ ਕੇ ਬਣ ਜਾ, ਤੈਨੂੰ ਸਮਾਜ ਬਹੁਤ ਉੱਚੀ ਥਾਂ ਦੇਗਾ। ਅੱਜ ਲੋੜ ਹੈ, ਕੁਰਸੀਆਂ ਉਡੀਕਦੀਆਂ ਨੇ ਇਹੋ ਜਿਹੀ ਧੀ ਨੂੰ, ਜਿਹੜੀ ਧੀ ਕਿਸੇ ਥਾਣੇ 'ਚ ਬੈਠੇ ਮੁੜ ਕਿਸੇ ਥਾਣੇ 'ਚ ਕਿਸੇ ਲੜਕੀ ਨੂੰ ਜਾਣ ਲੱਗਿਆ ਡਰ ਨਾ ਲੱਗੇ। ਧੀਏ ਤੈਨੂੰ ਕੁਰਸੀ ਉਡੀਕਦੀ ਹੈ, ਥਾਣੇ 'ਚ ਤੈਨੂੰ ਕੁਰਸੀ ਉਡੀਕਦੀ ਹੈ, ਤੈਨੂੰ ਰਾਜਨੀਤੀ ਵਿੱਚ ਕੁਰਸੀ ਉਡੀਕਦੀ ਹੈ। ਤੂੰ ਇਹੋ ਜਿਹੀ ਥਾਂ ਤੇ ਜਾ ਕੇ ਬੈਠੇ ਜਿੱਥੇ ਰਾਜਨੀਤਿਕ ਲੋਕ ਦਰਿੰਦੇ ਤੇਰੇ ਰੂਪ ਨੂੰ ਨਾ ਦੇਖਣ, ਤੇਰੇ ਗੁਣਾਂ ਨੂੰ ਸਲਾਮਾਂ ਕਰਨ। ਤੈਨੂੰ ਕੁਰਸੀਆਂ ਉਡੀਕਦੀਆਂ ਨੇ ਉਹਨਾਂ ਸਿਨੇਮੇ ਹਾਲਾਂ ਦੀਆਂ, ਜਿਹੜੇ ਸਿਨੇਮੇ ਹਾਲਾਂ ਵਿੱਚ ਜਾ ਕੇ ਤੂੰ ਇਹੋ ਜਿਹਾ ਰੋਲ ਕਰੇ, ਲੋਕ ਕਹਿਣ ਇਹਨੂੰ ਕੱਪੜੇ ਉਤਾਰਨ ਦੀ ਲੋੜ ਨਹੀਂ, ਤੂੰ ਕੱਪੜੇ ਪਾਇਆ ਹੋਇਆ ਵਿੱਚ ਹੀ ਇੰਨਾ ਕੁਝ ਸਮਝ ਆ ਗਈ ਹੈ, ਸਮਾਜ ਤੈਨੂੰ ਅੱਜ ਇੱਜ਼ਤ ਦਿੰਦਾ ਹੈ।
ਮੈਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਧੀਆਂ ਬੱਚੀਆਂ ਨੂੰ ਜਿਹੜੀਆਂ ਅੱਜ ਨਸ਼ੇ ਦੇ ਰਾਹ ਤੇ ਤੁਰ ਗਈਆਂ, ਜਿਹੜੀਆਂ ਅੱਜ ਵਿਲਾਸਪੁਣੇ ਦੇ ਰਾਹ ਤੇ ਤੁਰ ਗਈਆਂ, ਆ ਧੀਏ ਬੱਚੀਏ ਵਾਪਸ ਮੁੜ। ਤੈਨੂੰ ਤੇਰੇ ਬਾਪ ਦੀ ਗੋਦ, ਤੈਨੂੰ ਤੇਰੀ ਮਾਂ ਦੀ ਗੋਦ, ਤੈਨੂੰ ਤੇਰੇ ਸਮਾਜ ਦੀ ਗੋਦ, ਤੈਨੂੰ ਉਹ ਉੱਚੀਆਂ ਕੁਰਸੀਆਂ 'ਚ ਫਿਰ ਆਵਾਜ਼ਾਂ ਮਾਰ ਰਹੀਆਂ। ਤੇਰੀ ਥਾਂ ਉਹ ਨਹੀਂ। ਕਿਸੇ ਵੇਲੇ ਡਾਕਟਰ ਕੁਲਵੰਤ ਕੌਰ ਨੇ ਇੱਕ ਬੜਾ ਦਰਦ ਭਰਿਆ ਇੱਕ ਬਚਨ ਲਿਖਿਆ ਸੀ, ਮੇਰਾ ਵਾਰਸ ਹੈ ਅੱਜ ਮਰ ਗਿਆ, ਮੈਂ ਵਿਕ ਗਈ ਵਿੱਚ ਵਿਚਾਰ, ਮੇਰਾ ਮਾਸ ਉਹਨਾਂ ਨੇ ਨੋਚਿਆ, ਮੇਰਾ ਜਿਸਮ ਉਹਨਾਂ ਨੇ ਨੋਚਿਆ, ਕੀਤਾ ਜਿਨ੍ਹਾਂ ਤੇ ਮੈਂ ਇਤਬਾਰ। ਮੈਨੂੰ ਉਹੀ ਜਿਹੜੇ ਸਮਾਜ ਅੱਜ ਤੈਨੂੰ ਇਸ ਰੂਪ 'ਚ ਵੇਖ ਕੇ ਤੈਨੂੰ ਲੱਗਦਾ ਵੀ ਮੇਰਾ ਵਫਾਦਾਰ ਹੈ, ਨਹੀਂ, ਇਹਨਾਂ ਲੋਕਾਂ ਨੇ ਤੇਰਾ ਮਾਸ, ਤੇਰਾ ਜਿਸਮ ਨੋਚ ਲਿਆ। ਅੱਜ ਲੋੜ ਹੈ ਤੈਨੂੰ ਫਿਰ ਦੁਬਾਰੇ। ਤੂੰ ਬਾਜ਼ਾਰਾਂ ਵਿੱਚ ਵਿਕਣ ਵਾਲੀ ਥਾਂ ਚੀਜ਼ ਨਹੀਂ ਹੈ ਧੀਏ, ਤੂੰ ਤਾਂ ਬਹੁਤ ਸਨਮਾਨਯੋਗ ਧੀਏ। ਅੱਜ ਤੈਨੂੰ ਫਿਰ ਆਵਾਜ਼ਾਂ ਮਾਰਦੀ ਹੈ ਬਾਪ ਦੀ ਗੋਦ, ਇੱਕ ਧੀ ਦੀ, ਪਿਤਾ ਦੀ ਗੋਦ, ਇੱਕ ਮਾਂ ਦੀ ਗੋਦ, ਇੱਕ ਭਰਾ ਦੀ ਪੱਗ ਤੈਨੂੰ ਫਿਰ ਆਵਾਜ਼ਾਂ ਮਾਰਦੀ ਹੈ, ਇੱਕ ਭਰਾ ਦੀ ਦਾੜੀ ਤੈਨੂੰ ਫਿਰ ਆਵਾਜ਼ਾਂ ਮਾਰਦੀ ਹੈ। ਆ ਵਾਪਸ ਮੁੜ, ਆਪਣੇ ਵਿਰਸੇ ਨੂੰ ਸੰਭਾਲ। ਤੂੰ ਮਾਤਾ ਭਾਗ ਕੌਰ ਵਰਗੀ, ਮਾਤਾ ਖੀਵੀ ਵਰਗੀ ਤੇ ਉਹਨਾਂ ਦੇ ਕਦਮ ਚਿੰਨ੍ਹਾਂ ਤੇ ਚੱਲਣ ਵਾਲੀ ਤੂੰ ਇੱਕ ਧੀ ਬੱਚੀ ਹੋਵੇਂ, ਸਮਾਜ ਤੈਨੂੰ ਫਿਰ ਉਡੀਕਦਾ ਹੈ। ਮੇਰੇ ਖਿਆਲ ਮੈਂ ਹੁਣ ਇੰਨੀਆਂ ਬੇਨਤੀਆਂ ਕਰ ਸਕਾਂਗਾ ਜੀ, ਇਸ ਤੋਂ ਵੱਧ ਕਹਿਣ ਜੋਗੀ ਮੇਰੇ ਕੋਲ ਸਮਰੱਥਾ ਵੀ ਨਹੀਂ ਹੈ, ਕਿਉਂਕਿ ਆਪਣੀ ਹੀ ਧੀ ਦਾ ਹਾਲ ਮੈਂ ਕਿੰਨਾ ਕੁ ਬਿਆਨ ਕਰ ਸਕਦਾ, ਸਿਰਫ ਉਹਨੂੰ ਦਰਦ ਭਰੀਆਂ ਆਵਾਜ਼ਾਂ ਹੀ ਮਾਰ ਸਕਦਾ। ਇੰਨੀਆਂ ਬੇਨਤੀਆਂ। ਵੀਰ ਜੀ, ਮੈਂ ਕਹਿੰਦੀ ਕਿ I can't explain myself, ਮੈਂ ਆਪਣੇ ਆਪ ਨੂੰ ਐਕਸਪਲੇਨ ਨਹੀਂ ਕਰ ਸਕਦੀ ਵੀ ਕਿੰਨਾ ਕੰਦਰੂ ਮੈਂ ਭਾਵੁਕ ਹੋ ਚੁੱਕਿਆ ਇਸ ਵਕਤ ਤੁਹਾਡੇ ਅਣਮੁੱਲੇ ਵਿਚਾਰ ਤੇ ਕੜਵੇ ਸੱਚ ਜਿਹੜੇ ਸੁਣ ਕੇ। ਤੇ ਪਰਵਿੰਦਰ ਜੀ, ਤੁਸੀਂ ਕੁਝ ਕਹਿਣਾ ਚਾਹੋਗੇ ਜਾਂ ਮੈਂ ਤਾਂ ਨਹੀਂ ਮਤਲਬ ਕੁਝ ਵੀ ਇਸ ਵਿਸ਼ੇ ਤੇ? ਨਹੀਂ ਪ੍ਰਿਤਪਾਲ ਜੀ, ਮਤਲਬ ਵੀਰ ਜੀ ਨੇ ਜਿਹੜੀਆਂ ਗੱਲਾਂ ਕਹਿਤੀਆਂ ਨੇ, ਮੈਂ ਵੀ ਪਹਿਲੇ ਵੀ ਇਹ ਗੱਲ ਕਹੀ ਸੀ ਕਿ ਵੀਰ ਜੀ ਨੇ ਉਹ ਕੁਝ ਕਹਿ ਦਿੱਤਾ ਜਿਹੜਾ ਕਿ ਅਸੀਂ ਮਤਲਬ ਸ਼ਾਇਦ 10 ਪ੍ਰੋਗਰਾਮ ਕਰਕੇ ਵੀ ਸੋਚ ਵੀ ਨਹੀਂ ਸਕਦੇ ਸੀਗੇ। ਬਿਲਕੁਲ ਬਿਲਕੁਲ, ਅੱਜ ਦੇ ਜਿੰਨੇ ਵੀ ਪ੍ਰੋਗਰਾਮ ਹੋਏ ਨੇ ਇੰਨੀ ਭਾਵੁਕਤਾ ਮਨ ਨਾਲ ਕੀਤੇ ਨੇ, ਤਨ ਨਾਲ ਕੀਤੇ ਨੇ। ਸਾਰੇ ਪਿਛਲੇ ਸਾਰੇ ਪ੍ਰੋਗਰਾਮ ਇੱਕ ਪਾਸੇ ਤੇ ਅੱਜ ਦਾ ਪ੍ਰੋਗਰਾਮ ਬਾ ਕਮਾਲ, ਇੱਕ ਵੱਖਰਾ ਇੱਕ ਪ੍ਰੋਗਰਾਮ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਬਿਲਕੁਲ ਬਿਲਕੁਲ, ਇੱਕ ਜੀਵਨ ਸੇਧ ਵੀ ਮਿਲੀ ਇੱਕ ਔਰਤ ਹੋਣ ਦੇ ਨਾਤੇ ਮੈਨੂੰ ਵੀ ਏਦਾਂ ਦੀ। ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਵੀਰ ਜੀ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਅਰੋਗਤਾ ਰੱਖੇ ਤੇ ਇਸੇ ਤਰ੍ਹਾਂ ਹੀ ਤੁਸੀਂ ਸਾਡੀ ਕੌਮ ਦੀ ਸੇਵਾ ਕਰਦੇ ਰਹੋ ਤੇ ਸਾਨੂੰ ਵੀ ਇੱਕ ਨਵੀਂ ਸੇਧ ਆਪਣੀ ਬਾਣੀ ਰਾਹੀਂ ਦਿੰਦੇ ਰਹੋ। ਬਹੁਤ ਬਹੁਤ ਧੰਨਵਾਦ ਪ੍ਰੀਤਨਾਮਾ ਦੇ ਸਾਰੇ ਦਰਸ਼ਕਾਂ ਦਾ ਵੀ। ਪਲੀਜ਼ ਵੂਮਨ ਰਿਸਪੈਕਟ ਔਰ ਆਪਣੀ ਬਾਣੀ ਵਿਰਸੇ ਬਾਰੇ ਜਾਣਨਾ ਚਾਹੁੰਦੇ ਹੋ, ਪੂਰੀ ਵੀਡੀਓ ਦੇਖਿਓ, ਪੂਰਾ ਸ਼ੋਅ ਦੇਖਿਓ ਤੇ ਅਰਦਾਸ ਕਰੋ ਕਿ ਵੀਰ ਜੀ ਦੀਆਂ ਬੇਨਤੀਆਂ ਵੀ ਜੋ ਵੀ ਉਹਨਾਂ ਨੇ ਕੀਤੀਆਂ ਨੇ ਉਹ ਅਸੀਂ ਹੁਕਮ ਸਮਝ ਕੇ ਉਹਦੀ ਤਾਮੀਲ ਕਰੀਏ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਇਸਤਰੀ ਇੱਕ ਮੈਂ ਗੱਲ ਜਾਂਦੇ ਜਾਂਦੇ ਜ਼ਰੂਰ ਕਹਿਣਾ ਚਾਹਾਂਗੀ ਕਿ ਵੀਰ ਜੀ ਨੇ ਸਾਰਾ ਕੁਝ ਵਿਖਿਆਨ ਕੀਤਾ ਦੇਖੋ, ਤੇ ਮੈਂ ਵੀ ਇਹ ਕਹਿ ਰਹੀ ਹਾਂ ਕਿ ਸਿੱਖ ਧਰਮ, ਸਿੱਖ ਮੱਤ ਦੇ ਅਨੁਸਾਰ ਮੈਂ ਗੱਲ ਕਰਾਂਗੀ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਿੱਖ ਔਰਤ, ਇਸਤਰੀ ਮਤਲਬ ਪੂਰੇ ਵਰਲਡ ਵਿੱਚ ਇਸਤਰੀ ਜਾਤ ਜਿੰਨੀ ਵੀ ਹੈ। ਸੋ ਇਹਨੂੰ ਕਦੀ ਕਿਸੇ ਧਰਮ ਦੇ ਨਾਲ ਨਹੀਂ ਜੋੜਿਆ ਸਿੱਖ ਮੱਤ ਨੇ। ਇਸਤਰੀ ਵਰਤਿਆ, ਉਹਨਾਂ ਨੇ ਇਹ ਨਹੀਂ ਕਿਹਾ ਕਿ ਸਿੱਖ ਇਸਤਰੀ। ਸੋ ਇਹ ਜਿਹੜਾ ਜਿੰਨੇ ਵੀ ਵੀਰ ਜੀ ਨੇ ਸਾਰਾ ਵਿਖਿਆਨ ਕੀਤਾ ਤੇ ਸੱਚ ਦੱਸੇ, ਇਹ ਸਾਡੇ ਸਾਰੇ ਔਰਤਾਂ ਲਈ ਨੇ, ਕਿਸੇ ਧਰਮ ਜਾਂ ਮਜ਼ਹਬ ਦੇ ਲਈ ਨਹੀਂ। ਸੋ ਮੇਰੀ ਸਾਰਿਆਂ ਅੱਗੇ ਰਿਕੁਐਸਟ ਹੋਏਗੀ ਕਿ ਧਰਮ, ਮਜ਼ਹਬ, ਇਹਨਾਂ ਚੀਜ਼ਾਂ ਤੋਂ ਪਰੇ ਹੋ ਕੇ ਵੀਰ ਜੀ ਦੇ ਵਿਚਾਰ ਜਿੰਨੇ ਵੀ ਨੇ ਇੱਕ ਹੁਕਮ ਸਮਝ ਕੇ ਤੇ ਆਪਣਾ ਆਪ ਸਾਰੀਆਂ ਔਰਤਾਂ ਨੂੰ ਮੇਰੀ ਬੇਨਤੀ ਹੈ ਕਿ ਹੁਕਮ ਸਮਝ ਕੇ ਆਪਣਾ ਆਪ ਸਵਾਰੋ ਤੇ ਇਸਤਰੀ ਦੀ ਪਹਿਚਾਣ ਕਰੋ ਕਿ ਸਾਡੀ ਪਹਿਚਾਣ ਕੀ ਹੈ, ਸਾਡਾ ਸਥਾਨ ਕੀ ਹੈ ਇਸ ਵਰਲਡ ਦੇ ਵਿੱਚ, ਸੰਸਾਰ ਦੇ ਵਿੱਚ ਸਾਡਾ ਰੁਤਬਾ ਕੀ ਹੈ, ਉਸ ਚੀਜ਼ ਨੂੰ ਪਛਾਣੋ ਤੇ ਨੰਗੇਸਤਾ ਤੋਂ ਪਰੇ ਰਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਵੀਰ ਜੀ, ਬਹੁਤ ਬਹੁਤ ਧੰਨਵਾਦ ਪਰਵਿੰਦਰ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।